ਸ਼ਮਾਦਾਨ प्रोग्राम ਸ਼ਮਾਦਾਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦਿਨ ਹੈ ਮੰਗਲਵਾਰ, ਤਰੀਕ ਹੈ 8 ਫਰਵਰੀ, ਸਮਾਂ ਸ਼ਾਮ ਦੇ 6:30 ਦਾ। ਚੋਣਾਂ ਦਾ ਦੌਰ ਹੈ। ਮੌਸਮ ਦੇ ਵਿੱਚ ਵੀ ਠੰਡ ਜਿਹੜੀ ਹੈ ਉਹ ਪੂਰੀ ਵੱਧਦੀ ਜਾ ਰਹੀ ਹੈ, ਪਰ ਪੰਜਾਬ ਦਾ ਮਾਹੌਲ ਭਖਿਆ ਹੋਇਆ। ਸੋ ਇਸ ਭਖੇ ਹੋਏ ਮਾਹੌਲ ਦੇ ਉੱਤੇ ਕੁਛ ਮਖੌਲ ਵੀ ਬਣਿਆ ਹੋਇਆ ਤੇ ਇਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਵੱਲੋਂ, ਜਿਹੜੇ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। 2020 ਸੀਡੀਐਲ ਡਰਾਈਵਿੰਗ ਸਕੂਲ ਫਰੈਡਰਿਕਸਬਰਗ, ਜਿੱਥੇ ਸੀਡੀਐਲ ਕਲਾਸ A, B ਐਂਡ P ਦੀ ਟ੍ਰੇਨਿੰਗ ਲੈ ਸਕਦੇ ਹੋ। ਬੱਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਇੱਥੇ ਤੁਹਾਨੂੰ ਫ੍ਰੀ ਸਟੇ ਤੇ ਫ੍ਰੀ ਪਿਕ ਐਂਡ ਡਰੋਪ ਦਿੱਤਾ ਜਾਂਦਾ ਹੈ। ਸੰਪਰਕ ਕਰ ਸਕਦੇ ਹੋ ਸਨੀ ਨਾਲ। ਫੋਨ ਨੰਬਰ ਹੈ 5406560985 ਦੇ ਉੱਤੇ। ਸੋ ਕੁਛ ਹੋਰ ਵਪਾਰਕ ਸੁਨੇਹੇ ਲੈਣ ਤੋਂ ਬਾਅਦ ਫਿਰ ਜੁੜਾਂਗੇ ਸਰਦਾਰ ਜਸਪੀਰ ਸਿੰਘ ਪੱਟੀ ਹੋਰਾਂ ਦੇ ਨਾਲ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਆਪਾਂ ਮਿਲਦੇ ਹਾਂ ਜੀ ਇਹ ਵਪਾਰਕ ਸੁਨੇਹਿਆਂ ਬਾਅਦ। ट्रेलर सेंटर विनीपेग कनाडा, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ। DOT ਸੇਫਟੀ ਇਨਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 601 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਓ। ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਓ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਦੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਓ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਪੀਰ ਸਿੰਘ ਪੱਟੀ ਹੋਰੀ ਜੁੜ ਕੇ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੈਲੋ ਪੱਟੀ ਸਾਹਿਬ, ਆਵਾਜ਼ ਆ ਰਹੀ ਹੈ ਜੀ? ਹੈਲੋ ਹੈਲੋ ਪੱਟੀ ਸਾਹਿਬ। ਹਾਂਜੀ ਹਾਂਜੀ, ਇੱਕ ਮਿੰਟ ਜੀ, ਆਵਾਜ਼ ਦੇਖੀਏ ਕੀ ਹੋ ਗਿਆ। ਆਵਾਜ਼ ਨੂੰ ਚੈੱਕ ਕਰੀਏ ਤੇ
ਆਵਾਜ਼ ਆ ਰਹੀ ਮੈਨੂੰ ਤੁਹਾਡੀ? ਹਾਂਜੀ 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 ਹਾਂਜੀ, ਅਸੀਂ ਹੋਰ ਹੀ ਬਟਨਾ ਚੁਲਝ ਗਏ ਸੀਗੇ ਜੀ। ਹਾਂਜੀ, ਮੇਰੀ ਗਲਤੀ ਹੈ ਜੀ, ਤੁਹਾਡੀ ਗਲਤੀ ਨਹੀਂ ਹੈ। ਕੋਈ ਨਹੀਂ ਜੀ ਭੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਸਭ ਤੋਂ ਅਹਿਮ ਖਬਰ ਲੁਧਿਆਣੇ ਤੋਂ। ਸਿਮਰਜੀਤ ਸਿੰਘ ਬੈਂਸ ਦਾ ਲੜਕਾ ਤਾਂ ਪਹਿਲਾਂ ਹੀ ਕਹਿੰਦੇ ਉਦਮੂਲ ਹੈ। ਰਾਤ ਜੋ ਕੁਝ ਹੋਇਆ ਉਹਦੇ ਵਿੱਚ ਉਹਦੇ ਬੈਂਸ ਦੇ ਲੜਕੇ ਦੇ ਉੱਤੇ ਕਾਫੀ ਆ, ਇਸ ਤੋਂ ਪਹਿਲਾਂ ਦੀ ਵੀਡੀਓ ਵਾਇਰਲ ਹੋਈ ਸੀ ਪੁਲਿਸ ਵਾਲੇ ਦੇ ਚਲਾਨ ਨੂੰ ਲੈ ਕੇ, ਅੱਜ ਤੋਂ 2-3 ਸਾਲ ਪਹਿਲਾਂ ਹੋਈ ਸੀ, ਕਾਫੀ ਗਰਮੀ ਦਿਖਾ ਰਿਹਾ ਸੀ। ਸੋ ਰਾਤ ਕਹਿੰਦੇ ਕਾਫੀ ਖੜਕਾ ਧੜਕਾ ਹੋਇਆ। ਕੀ ਮਾਮਲਾ ਹੋਇਆ ਜੀ ਸਾਰਾ? ਦੇਖੋ, ਮਾਮਲਾ ਉੱਥੇ ਕਵਲਜੀਤ ਸਿੰਘ ਕਰਵਲ ਜਿਹੜੇ ਉਹ ਕਾਂਗਰਸ ਦੇ ਉਮੀਦਵਾਰ ਤੇ ਆਤਮਨਗਰ ਹਲਕੇ ਤੋਂ ਇਹ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜੀ, ਤੇ ਦੋਵਾਂ ਦੇ ਵਰਕਰਾਂ ਦੇ ਵਿੱਚ ਉੱਥੇ ਆਪਣੇ ਕਿਸੇ ਪੋਸਟ ਲਾਉਣ ਨੂੰ ਜਾਂ ਹੋਰ ਸੀਵਰੇਜ ਨੂੰ ਲੈ ਕੇ ਕੋਈ ਇਹਨਾਂ ਦਾ ਆਪਸੀ ਤਤਕਾਰ ਹੋਇਆ। ਤਤਕਾਰ ਦੇ ਵਿੱਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚੱਲਣੀਆਂ ਕਿੱਥੋਂ ਤੱਕ ਜਾਏਗਾ ਜੀ? ਸਰਕਾਰ ਕਹਿੰਦੀ ਆ ਵੀ 97% ਅਸੀਂ ਸਾਰੇ ਲੋਕਾਂ ਦੇ ਹਥਿਆਰ ਜਮ੍ਹਾਂ ਕਰ ਲਏ ਆ। ਇਹ ਹਥਿਆਰ ਕਿੱਥੋਂ ਆਏ ਫਿਰ? ਜੀ, ਜੇ ਦੋਵਾਂ ਪਾਸੇ ਗੋਲੀ ਚੱਲੀ ਆ ਤੇ ਦੋਵਾਂ ਪਾਸੋਂ ਬੰਦੇ ਫੜੇ ਜਾਣੇ ਚਾਹੀਦੇ ਸੀ, ਲੇਕਿਨ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਪੁਲਿਸ ਨੇ ਬਕਾਇਦਾ ਤੌਰ ਤੇ ਧਾਰਾ 300 ਦੇ ਤਹਿਤ 307 ਇਰਾਦਾ ਕਤਲ ਦੀ ਧਾਰਾ ਲਾ ਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਜੀ। ਉਹ ਕਹਿੰਦਾ ਮੈਂ ਡਰਨ ਵਾਲਾ ਨਹੀਂ। ਅਸੀਂ ਆਪਣੀ ਡੋਰ ਟੂ ਡੋਰ ਬਕਾਇਦਾ ਤੌਰ ਤੇ ਕੈਂਪੇਨ ਕਰ ਰਹੇ ਸਾਂ ਤੇ ਇਹਨਾਂ ਦੇ ਬੰਦਿਆਂ ਦੇ ਇੱਕ ਕੋਠੇ ਦੇ ਉੱਤੇ ਬਕਾਇਦਾ ਤੌਰ ਤੇ ਸੁੱਧ ਦੀਆਂ ਬੋਤਲਾਂ ਰੱਖ ਕੇ ਸਾਡੇ ਤੇ ਭਰਾਈਆਂ ਜੀ। ਤੇ ਤੁਹਾਨੂੰ ਪਤਾ ਰਿਜ਼ੈਂਟਮੈਂਟ ਫਿਰ ਆਉਂਦੀ ਹੈ, ਦੋ ਪਾਸੇ ਝਗੜਾ ਤੇ ਫਿਰ ਹੋਏ ਹੋਣਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਪਹਿਲਾ ਕੇਸ ਜਿਹੜਾ ਵਾ ਬੈਂਸ ਦਾ ਨਹੀਂ ਜੀ। ਤੁਹਾਨੂੰ ਪਤਾ ਹੋਏਗਾ ਕਿ ਜਦੋਂ ਅਕਾਲੀ ਸਰਕਾਰ ਸੀ ਬਕਾਇਦਾ ਤੌਰ ਤੇ ਇੱਕ ਤਹਿਸੀਲਦਾਰ ਕੁੱਟਿਆ ਗਿਆ ਸੀ ਕਚਹਿਰੀ ਦੇ ਵਿੱਚ। ਇੱਥੋਂ ਤੱਕ ਸਾਰੇ ਕੱਪੜੇ ਲੱਗ ਕੁੱਟਿਆ ਗਿਆ ਸੀ। ਜੋ ਕੱਛਾ ਲਾਉਣ ਲੱਗੇ ਸੀ ਤੇ ਉਹਨੇ ਕਿਹਾ ਸੀ ਭਾਈ ਧੀਆਂ ਭੈਣਾਂ ਤੇਰੀ ਫਿਰ ਕੀ ਕਰਨ ਲੱਗੇ? ਬਿਲਕੁਲ ਬਿਲਕੁਲ। ਪਾਰਕ ਚ ਲੈ ਕੇ ਕੁੱਟਿਆ ਗਿਆ ਸੀ ਤੇ ਇਹ ਪੁਲਿਸ ਕਾਰਵਾਈ ਨਹੀਂ ਸੀ ਕਰ ਰਹੀ ਕਿਉਂਕਿ ਅਕਾਲੀ ਸਰਕਾਰ ਸੀ। ਹਾਈ ਕੋਰਟ ਦੇ ਆਦੇਸ਼ਾਂ ਦੇ ਤੇ ਬਕਾਇਦਾ ਤੌਰ ਤੇ ਉਸ ਟਾਈਮ ਤੇ ਮੁਲਾਜ਼ਮਾਂ ਨੇ ਧਰਨੇ ਲਾ ਕੇ ਜਿਹੜਾ ਸੀ ਦੀ ਗ੍ਰਿਫਤਾਰੀ ਕਰਾਈ ਸੀਗੀ ਜੀ। ਤੇ ਮਾਨਯੋਗ ਸਾਡੇ ਡਿਪਟੀ ਮੁੱਖ ਮੰਤਰੀ ਸਾਹਿਬ ਰਾਤ ਦੇ ਅੰਧੇਰੇ ਵਿੱਚ ਰਾਤ ਮਿਲਣ ਵਾਸਤੇ ਆਏ ਸੀ ਇਹਨੂੰ 8 ਵਜੇ ਤੋਂ ਬਾਅਦ ਜੀ। ਜੇਲ੍ਹ ਦੇ ਵਿੱਚ ਵੀ ਸਾਡਾ ਬੰਦਾ ਬਿਲਕੁਲ ਸੇਫ ਆ। ਉਹਦੇ ਪ੍ਰਬੰਧ ਕੀਤੇ ਸਾਰੇ, ਉਹਨੂੰ ਮੰਜਾ ਬਿਸਤਰਾ ਮਿਲਿਆ ਕਿ ਨਹੀਂ ਮਿਲਿਆ, ਰੋਟੀ ਖਾਣ ਵਾਸਤੇ ਮਿਲੀ ਕਿ ਨਹੀਂ ਮਿਲੀ ਜੀ। ਮੁੜ ਕੇ ਇਹਨਾਂ ਦਾ ਆਪਸ ਵਿੱਚ ਜਿਹੜਾ ਸੀ ਸੀਟਾਂ ਨੂੰ ਲੈ ਕੇ ਕੋਈ ਝਗੜਾ ਆ ਗਿਆ। ਸੀਟਾਂ ਵੱਧ ਮੰਗਦੇ ਸੀ, ਉਹ ਇੱਕ ਦਿੰਦੇ ਸੀ, 4 ਮੰਗਦੇ ਸੀ। ਉੱਥੋਂ ਲੈ ਕੇ ਇਹ ਅਲੱਗ ਹੋ ਗਏ। ਪਹਿਲਾਂ ਇਹ ਆਜ਼ਾਦ ਦਿੱਤੇ ਰਹੇ, ਫਿਰ ਲੋਕ ਇਨਸਾਫ ਪਾਰਟੀ ਬਣਾ ਲਈ ਜੀ। ਤੁਹਾਨੂੰ ਪਤਾ ਉਹ ਝਗੜਾ ਦੇ ਨਿਬੜਿਆ ਨਹੀਂ ਸੀ ਕਿ ਇੱਕ ਜਿਹੜੀ ਔਰਤ ਸੀ ਉਹਨਾਂ ਇਹਦੇ ਤੇ ਇਲਜ਼ਾਮ ਲਾਏ ਸੀ ਮੇਰੇ ਨਾਲ ਬਲਾਤਕਾਰ ਕੀਤਾ। ਜਿਹਨੂੰ ਲੈ ਕੇ ਉਹ ਔਰਤ ਮੇਰੇ ਖਿਆਲ ਸ਼ਾਇਦ ਅੱਜ ਵੀ ਕਮਿਸ਼ਨ ਆਫਿਸ ਦੇ ਬਾਹਰ ਧਰਨੇ ਤੇ ਬੈਠੀ ਹੈ ਜੀ। ਉਹਨਾਂ ਦੇ ਉਹਦੀ ਮਦਦ ਕੌਣ ਕਰ ਰਿਹਾ ਸੀ? ਪੋਲੀਟੀਕਲ ਰਾਈਵਲ ਬਕਾਇਦਾ ਤੌਰ ਤੇ ਢਾਂਡਾ ਵਕੀਲ ਤੇ ਅਕਾਲੀ ਦਲ ਦਾ ਬੰਦਾ ਜੀ। ਕੌਣ ਮਦਦ ਕਰ ਰਿਹਾ ਸੀ? ਉਹ ਸ਼ੇਖੋ DSP। ਇਹ ਸਾਰੇ ਉਹਦੀ ਮਦਦ ਤੇ ਖੜੇ ਸੀਗੇ। ਅੱਜ ਦੀ ਡੇਟ ਦੇ ਵਿੱਚ ਜਿਹੜਾ ਸ਼ੇਖੋ DSP ਆ ਬਕਾਇਦਾ ਤੌਰ ਤੇ ਜਿਹੜਾ ਭਾਰਤ ਭੂਸ਼ਣ ਆਸ਼ੂ ਆ ਉਹਦੀ ਸੀਟ ਤੋਂ ਤੇ ਨਵਜੋਤ ਸਿੰਘ ਸੀਟ ਤੋਂ ਦੋਵਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਜੀ। ਹੁਣ ਬੈਂਸ ਦੇ ਉੱਤੇ 2 ਕੇਸ ਪਹਿਲਾਂ ਵਾ, ਤੀਜਾ ਇਹ ਹੁਣ 307 ਦਾ ਇਹ ਹੋ ਗਿਆ। ਚਲੋ ਇਹ ਕੇਸ ਨਹੀਂ ਸੀ ਹੋਣਾ ਚਾਹੀਦਾ ਇਸ ਮੌਕੇ ਦੇ ਉੱਤੇ, ਜਿੱਦਾਂ ਵੀ ਹੈਗਾ ਸੀ ਤਾਂ ਸੌਟ ਆਊਟ ਕਰਨਾ ਚਾਹੀਦਾ ਸੀਗਾ। ਲੇਕਿਨ ਪੁਲਿਸ ਨੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਤੇ ਅਜੇ ਵੀ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਸਮਰਥਕ ਉਹ ਮੁਜ਼ਾਹਰੇ ਕਰ ਰਹੇ ਨੇ ਜੀ, ਕਹਿ ਰਹੇ ਛੱਡੋ ਤੁਸੀਂ ਇਹਨਾਂ ਨੂੰ। ਇੱਕ ਅੱਧੇ ਦਿਨ ਅੱਜ ਨਹੀਂ ਕੱਲ ਜ਼ਮਾਨਤ ਹੋ ਜਾਏਗੀ ਕਿਉਂ ਇਹ ਕੇਸ ਏਡਾ ਵੱਡਾ ਕੋਈ ਬਹੁਤਾ ਖਾਸ ਹੋਣਾ ਨਹੀਂ ਗਾ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਸਰਕਾਰ ਕਹਿੰਦੀ ਕਿ 97% ਅਸੀਂ ਹਥਿਆਰ ਜਮ੍ਹਾਂ ਕਰਨੇ, ਫਿਰ ਇਹਨਾਂ ਹਥਿਆਰ ਕਿਉਂ ਨਹੀਂ ਜਮ੍ਹਾਂ ਕੀਤੇ? ਇਹ ਵੀ ਤਾਂ ਵੇਖਣ ਵਾਲੀ ਗੱਲ ਹੈ। ਹਾਂਜੀ, ਪੁਲਿਸ ਦੀ ਹਾਜ਼ਰੀ 'ਚ ਗੋਲੀ ਚੱਲਦੀ ਹੈ, ਫਿਰ ਪੁਲਿਸ ਤੇ ਕੀ ਕਰਦੀ ਸੀ? ਗੱਲ ਤੇ ਸਿਰਫ ਇਹ ਆ ਵੀ ਭਾਵੇਂ ਉਹ ਕੇਸ ਝੂਠਾ ਤੇ ਭਾਵੇਂ ਸੱਚਾ ਜੀ, ਲੇਕਿਨ ਇਸ ਵੇਲੇ ਜੇ ਕੇਸ ਦਰਜ ਕਰਨੇ ਤੇ ਦੋਵਾਂ ਤਰ੍ਹਾਂ ਦੇ ਬਰਾਬਰ ਦਾ ਕਰਦੇ। ਲੜਾਈ ਹੋਈ ਆ, ਦੋਵਾਂ ਪਾਸੇ ਗੋਲੀ ਚੱਲੀ ਆ, ਇੱਕ ਪਾਸੇ ਗਲਤ ਝੂਠਾ ਉਹਨਾਂ ਨੇ ਨਹੀਂ ਸੀ ਕਰਨਾ ਚਾਹੀਦਾ। ਹੁਣ ਬੈਂਸ ਸਾਹਿਬ ਵੇਖੋ ਇਹਦੇ ਵਿੱਚ ਨੂੰ ਸਿਮਤੀ ਮਿਲਦੀ ਆ ਕਿ ਨੁਕਸਾਨ ਹੁੰਦਾ, ਇਹ ਤੇ ਭਵਿੱਖ ਦੀ ਬੁੱਕਲ ਦੇ ਵਿੱਚ ਛੁਪਿਆ ਵਾ ਜੀ। ਇਸ ਵੇਲੇ ਤੇ ਸਾਰੇ ਕਹਿਣਗੇ ਕਿ ਬੈਂਸ ਤੇ ਨਜਾਇਜ਼ ਕੀਤੀ ਗਈ ਹੈ ਜੀ। ਬਿਲਕੁਲ ਸਾਰੇ, ਪਰ ਗੱਲ ਇਹ ਹੈ ਨਾ ਹੁਣ ਸਰਕਾਰ ਤਾਂ ਕਿਸੇ ਦੀ ਵੀ ਵੇਖਿਆ ਜਾਵੇ ਇਹ ਵੀ ਤਾਂ ਗੱਲ ਹੈ ਕਿਹਦੇ ਉੱਤੇ ਕਹਿਣਗੇ ਵੀ ਕਿਹਨੇ ਨਜਾਇਜ਼ ਕਰਤੀ, ਵੀ ਚੋਣ ਕਮਿਸ਼ਨ ਨੇ ਨਜਾਇਜ਼ ਕਰਤੀ।
ਜਿਹੜੀ ਹਾਕਮ ਤੇ ਉਹਦਾ ਪ੍ਰਭਾਵ ਅੱਜ ਵੀ ਹੈਗਾ। ਅੱਛਾ ਜੀ। ਉਹਦਾ ਥੋੜਾ ਨਹੀਂ ਕਾਫੀ ਪ੍ਰਭਾਵ ਹੈਗਾ ਅੱਜ ਵੀ ਹੈਗਾ ਜੀ। ਅਜੇ ਵੀ ਉਹਨਾਂ ਦੇ ਮੰਤਰੀਆਂ ਸੰਤਰੀਆਂ ਦੇ ਫੋਨਾਂ ਤੇ ਕੰਮ ਕਰਦੇ ਆ, ਅਫਸਰ ਕਰਦੇ ਨੇ ਵੀ ਕੱਲ ਨੂੰ ਫੇਰ ਆ ਕੇ ਤੇ ਮੁੜ ਕੇ ਜੀ ਕਰਨੇ ਥੋੜੇ ਕਰ ਲਓ। ਅੱਛਾ ਜੀ। ਜੀ ਜੀ। ਤੇ ਉਧਰ ਫਿਰ ਗੱਲ ਅੱਜ ਮੈਂ ਵੀਡੀਓ ਬੜੀ ਵਾਇਰਲ ਹੋਈ ਆ, ਜਿਵੇਂ ਸਿੱਧੂ ਸਾਹਿਬ ਕਹਿੰਦੇ ਧਿਆਨ ਅੰਤਰ ਧਿਆਨ ਕਰ ਰਿਹਾ ਕਿਸੇ ਸਮਾਗਮ ਦੇ ਵਿੱਚੋਂ, ਬੜੀ ਵਾਇਰਲ ਹੋ ਰਹੀ ਹੈ। ਤੇ ਕਹਿੰਦੇ ਨਵਜੋਤ ਕੌਰ ਸਿੱਧੂ ਕਹਿੰਦੇ ਕੋਈ ਨਹੀਂ, ਭਾਂਡਾ ਟਿੰਡਾ ਤਾਂ ਅਸੀਂ ਸਾਡਾ ਕੀ ਹੈ, ਜੁੱਲੀ ਬਿਸਤਰਾ ਅਸੀਂ ਗੋਲ ਕਰਕੇ ਆਪਦਾ ਕੰਮ ਕਰ ਲਾਂਗੇ। ਪਰ ਕਹਿੰਦੇ ਇਹ ਜੋ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਹੈ, ਉਹਦੇ ਉੱਤੇ ਕੀ ਲੱਗਦਾ ਤੁਹਾਨੂੰ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਇਸ ਸਾਰੇ ਮਾਮਲੇ ਦੇ ਉੱਤੇ ਕੀ ਜਿਹੜਾ ਬੈਂਗਣੀ ਰੰਗ ਉਗੇੜੂਗੀ? ਵੇਖੋ ਹੁਣ ਡਾਕਟਰ ਨਵਜੋਤ ਕੌਰ ਜਾਂ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹੀਏ, ਲੋਕਾਂ ਤੇ ਹੁਣ ਕਿਸੇ ਗੱਲ ਦਾ ਕੋਈ ਅਸਰ ਨਹੀਂ ਜੀ। ਹਰ ਇੱਕ ਦਾ ਧਿਆਨ ਇਸ ਵੇਲੇ ਇਲੈਕਸ਼ਨ ਤੇ ਆ। ਹੁਣ ਬੀਬੀ ਨਵਜੋਤ ਕੌਰ ਨੂੰ ਜਦੋਂ ਪੁੱਛਿਆ ਗਿਆ ਵੀ ਇਸ ਵੇਲੇ ਵੇਖੋ ਸਿੱਧੂ ਸਾਹਿਬ ਨੂੰ ਸੀਐਮ ਦਾ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ਜੀ, ਉਹ ਕਹਿੰਦੀ ਆ ਵੀ ਰਾਹੁਲ ਗਾਂਧੀ ਨੂੰ ਕੁਝ ਲੋਕਾਂ ਨੇ ਗਮਰਾਹ ਕਰ ਲਿਆ। ਉਹ ਕਹਿੰਦੀ ਚੰਨੀ ਨੂੰ ਗਰੀਬ ਕਹਿਣਾ ਗਲਤ ਆ। ਸਾਡੇ ਨਾਲੋਂ ਵੱਧ ਉਹਦੇ ਕੋਲ ਪੈਸਾ ਤੇ ਵੱਧ ਪ੍ਰਾਪਰਟੀ, ਤੇ ਗਰੀਬ ਕਿੱਥੋਂ? ਉਹ ਕਹਿੰਦੀ ਹੈ ਵੀ ਉਮੀਦਵਾਰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਪਹਿਲਾਂ ਬਕਾਇਦਾ ਤੌਰ ਤੇ ਉਹਦੀ ਸਿੱਖਿਆ, ਉਸਦਾ ਕੰਮ, ਉਹਦੀ ਇਮਾਨਦਾਰੀ ਦੇਖਿਆ ਜਾਣੀ ਬਹੁਤ ਜ਼ਰੂਰੀ ਸੀ ਜੀ। ਤੇ ਉਹ ਕਹਿੰਦੀ ਸਿੱਧੂ ਹੀ ਕਾਂਗਰਸ ਲਈ ਸਹੀ ਉਮੀਦਵਾਰ ਸੀਗਾ। ਲੇਕਿਨ ਚਲੋ ਜੋ ਵਿਜ਼ਨ ਹੁੰਦਾ ਹੈਗਾ ਸੀ, ਜਿਹਨਾਂ ਕੋਲ ਵਿਜ਼ਨ, ਜਿਹਨਾਂ ਕੋਲ ਰੋਡ ਮੈਪ ਆ, ਜੋ ਹਾਈ ਕਮਾਂਡ ਨੇ ਕੀਤਾ ਠੀਕ ਕੀਤਾ, ਲੇਕਿਨ ਅਸੀਂ ਕਹਿੰਦੇ ਵੀ ਸਿੱਧੂ ਅਸਲੀ ਉਮੀਦਵਾਰ ਸੀਗਾ ਜੀ। ਜਦੋਂ ਕਿ ਸਿੱਧੂ ਨੇ ਅਜੇ ਕਿਹਾ, ਕੋਈ ਟਿੱਪਣੀ ਨਹੀਂ ਕੀਤੀ, ਉਹਨੇ ਕਿਹਾ ਜੀ ਹਾਈ ਕਮਾਂਡ ਦਾ ਹੁਕਮ ਸਿਰ ਮੱਥੇ ਤੇ। ਦੂਜੇ ਪਾਸੇ ਚੰਨੀ ਸਾਹਿਬ ਨੇ ਸਟੇਜ ਤੋਂ ਵੀ ਕਹਿਤਾ ਤੇ ਬਾਅਦ ਦੇ ਵਿੱਚ ਕਿਹਾ ਕਿ ਜਿਹੜਾ ਸਿੱਧੂ ਸਾਹਿਬ ਰੋਡ ਮੈਪ ਲੈ ਕੇ ਆਏ ਨੇ ਜੀ, ਜਿਹੜਾ ਵਿਜ਼ਨ ਲੈ ਕੇ ਆਇਆ, ਉਹਨੂੰ ਬਕਾਇਦਾ ਤੌਰ ਤੇ ਲਾਗੂ ਕੀਤਾ ਜਾਊਗਾ ਸਰਕਾਰ ਸਾਡੀ ਬਣਦੇ ਉੱਤੇ। ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਝਾੜੂ ਕੇ ਉਮੀਦਵਾਰ ਨਹੀਂ ਵੇਖਣ ਕੋਈ ਝਾੜੂ ਦੀ ਗੱਲ ਕਰਨ ਡਿਆ, ਤੇ ਇਹੋ ਜਿਹਾ ਕੀ ਭਾਣਾ ਵਰਤ ਜਾਂਦਾ ਤੇ ਫਿਰ ਜਿਹੜੀਆਂ ਉਹਦੀਆਂ ਧਰੀਆਂ ਵਿੱਚ ਰਹਿ ਜਾਣੀਆਂ ਸਾਰੇ ਕੁਛ। ਭਾਵੇਂ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਮੇਨ ਫਾਈਟ ਜਿਹੜੀ ਆ ਉਹ ਝਾੜੂ ਦੇ ਵਿੱਚ ਤੇ ਕਾਂਗਰਸ ਵਿੱਚ ਵਿਖਾਈ ਦੇ ਰਹੀ ਆ, ਲੇਕਿਨ ਇਹਦਾ ਫੈਸਲਾ ਤੇ ਹੁਣ 20 ਫਰਵਰੀ ਤੇ 10 ਮਾਰਚ ਕਰਨਗੇ ਕੀ ਬਣਦਾ ਕੀ ਨਹੀਂ। ਲੇਕਿਨ ਇਸ ਵੇਲੇ ਬੀਬੀ ਨਵਜੋਤ ਕੌਰ ਸਿੱਧੂ ਜੋ ਮਰਜ਼ੀ ਬੋਲੀ ਜਾਵੇ, ਲੋਕਾਂ ਦਾ ਧਿਆਨ ਕੇਂਦਰਿਤ ਬਕਾਇਦਾ ਤੌਰ ਤੇ ਆਪਣੀ ਇਲੈਕਸ਼ਨ ਦੇ ਉੱਤੇ ਆ। ਅੱਜ ਦੀ ਡੇਟ ਦੇ ਵਿੱਚ ਪੂਰਾ ਫਸਵਾ ਮੁਕਾਬਲਾ ਹੋਇਆ ਪਿਆ ਬਸ ਸਿੱਧੂ ਦਾ ਤੇ ਬਕਾਇਦਾ ਤੌਰ ਤੇ ਨਵਜੋਤ ਮਜੀਠੀਆ ਦਾ ਜੀ। ਅੱਛਾ, ਮਜੀਠੀਆ ਨੂੰ ਬਕਾਇਦਾ ਤੌਰ ਤੇ ਬੀਜੇਪੀ ਦੀ ਫੁੱਲ ਸਪੋਰਟ ਆ। ਅੱਛਾ ਜੀ, ਉੱਥੇ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਉਹਨੇ ਮਜੀਠੀਆ ਨੂੰ ਖੜਾ ਕੀਤਾ ਤੇ ਇੱਕ ਕਰਨਾਟਕਾ ਤੋਂ ਲਿਆ ਕੇ ਪ੍ਰੀ ਮੈਚੁਰ ਰਿਟਾਇਰਮੈਂਟ ਕਰਵਾ ਕੇ ਉਹਨੂੰ ਖੜਾ ਅਫਸਰ ਕਰਦਾ, ਉੱਥੇ ਉਹ ਜਾਂਦਾ ਹੀ ਨਹੀਂਗਾ। ਅੱਛਾ ਜੀ, ਕੋਈ ਜਾਣਦੇ ਨੂੰ ਕੌਣ ਨਹੀਂ ਹੈਗਾ। ਅਮਿਤ ਸ਼ਾਹ ਨੇ ਕਿਹਾ ਮਜੀਠੀਆ ਨੂੰ ਵੀ ਤੇਰਾ ਕੇਸ ਮੈਂ ਫਾਈਲ ਕਰਾਉਂਗਾ, ਤੂੰ ਇਲੈਕਸ਼ਨ ਲੜ ਤੇ ਇਹਨੂੰ ਹਰਾ। ਮੈਂ ਜਾਣਾ ਤੇ ਅਮਿਤ ਸ਼ਾਹ ਜਾਣੇ। ਤੇ ਇਸ ਵੇਲੇ ਜਿਹੜੀ ਬੀਜੇਪੀ ਆ, ਜਿਨ੍ਹਾਂ ਨੂੰ ਪਿਛਲੀ ਵਾਰੀ 17,000 ਵੋਟ ਮਿਲੀ ਸੀ, ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਵੋਟ 17 ਦੀ 17 ਮਿਲ ਜੂਗੀ ਇਹਨਾਂ ਨੂੰ। ਉਹਦੇ ਵਿੱਚ ਕਈ ਇਹੋ ਜਿਹੇ ਬੰਦੇ ਵੀ ਹੈਗੇ ਸੀ ਵੋਟ ਪਾਉਣੇ ਤੇ ਲਿਬਰਲ ਸੀ, ਉਹਨਾਂ ਬੀਜੇਪੀ ਨੂੰ ਵੋਟ ਜ਼ਰੂਰ ਪਾਤੀ ਆ, ਲੇਕਿਨ ਉਹਨਾਂ ਕਿਸੇ ਪਾਰਟੀ ਨਾਲ ਲਿੰਕ ਨਹੀਂ। ਅੱਜ ਹੀ ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਵੀ ਉਹ ਬੀਜੇਪੀ ਵੀ ਜਿਹੜੀ ਆ ਪੂਰੀ ਡਟ ਕੇ ਸਪੋਰਟ ਕਰ ਰਹੀ ਹੈ ਇਸ ਵੇਲੇ ਮਜੀਠੀਆ ਦੀ। ਇਸ ਕਰਕੇ ਬੀਬੀ ਜੀ ਨੂੰ ਚਾਹੀਦਾ, ਡਾਕਟਰ ਨਵਜੋਤ ਕੌਰ ਸਿੱਧੂ ਨੂੰ, ਵੀ ਇਸ ਵੇਲੇ ਬਾਕੀ ਗੱਲਾਂ ਧਿਆਨ ਦੇਣ ਦੀ ਬਜਾਏ ਆਪਣੀ ਸੀਟ ਵੱਲ ਧਿਆਨ ਦਿਓ, ਆਪਣੀ ਇਲੈਕਸ਼ਨ ਵੱਲ ਧਿਆਨ ਦਿਓ। ਇਹੋ ਜਿਹੀਆਂ ਗੱਲਾਂ ਕਰਕੇ ਆਪਣੇ ਦੀ ਹੋਰ ਮੁਸੀਬਤਾਂ ਨਾ ਛੱਡੋ ਜੀ। ਪਰ ਜਿਹੜੇ ਹਲਕੇ ਦੇ ਵਿੱਚ ਖੜੇ ਹੋਏ ਨੇ, ਉੱਥੇ ਇੱਕ ਇਲਾਕਾ ਤਾਂ ਕਿਹਾ ਜਾਂਦਾ ਵਿਧਵਾਵਾਂ ਦਾ ਤੇ ਅਨਾਥ ਬੱਚਿਆਂ ਦਾ ਹੀ ਹੈ। ਮੈਂ ਜਾ ਕੇ ਆਇਆ, ਮੇਰੇ ਤੋਂ ਤਾਂ ਬਹੁਤਾ ਸਫ਼ਰ ਨਹੀਂ ਕੀਤਾ ਗਿਆ ਅੱਗੇ, ਕਿਉਂਕਿ ਮੈਂ 2-3 ਘਰਾਂ 'ਚ ਗਿਆ। ਇੱਕ ਘਰ 'ਚ 3 ਮਾਂ ਦੇ 3 ਪੁੱਤ ਗਏ ਵੇ, ਇੱਕ ਘਰ 'ਚ ਗਿਆ ਤਾਂ 3 ਬੱਚੇ ਅਨਾਥ, ਇੱਕ ਘਰ 'ਚ ਗਿਆ ਤਾਂ ਉਹ ਜਨਾਨੀ ਜਿਹੜੀ ਬੰਦੇ ਦੀ ਸੀ ਉਹ ਛੱਡ ਕੇ ਬੱਚਿਆਂ ਨੂੰ ਉਹ ਚਲੀ ਗਈ। 75 ਸਾਲਾਂ ਦੇ ਬਿਰਧ ਮਾਂ-ਬਾਪ ਜਿਹੜੇ ਨੇ ਉਹ ਜੋ ਚੌਲਾਂ ਦੀ ਤੇ ਛੋਲਿਆਂ ਦੀ ਰੇਹੜੀ ਲਾਉਂਦੇ ਸੀ, ਉਹ ਵੀ ਉਹਨਾਂ ਦੇ ਘਰੇ ਖੜੀ ਸੀ। ਮੁੰਡਾ ਸਵੇਰੇ ਪੈਸੇ ਚੱਕ ਕੇ ਭੱਜ ਗਿਆ। ਜਿਹੜਾ ਕੋਈ ਕਹਿੰਦਾ ਆ ਲਾਈਨਾਂ ਤੇ ਜਾ ਕੇ ਦੇਖ ਲਓ, ਜਿਹੜਾ ਕੋਈ ਕਹਿੰਦਾ ਆਹ ਮੀਟਰ ਵਾਲੇ ਡੱਬਿਆਂ 'ਚੋਂ ਸਰਿੰਜਾਂ ਕੱਢ ਲਓ।
ਕੀ ਹੈ ਜਿਹੜੀ ਗੱਲ ਉਸ ਗੱਲ ਦੀ ਤੁਸੀਂ ਇਲਾਕੇ ਦੀ ਕੀਤੀ ਆ ਜੀ, ਉਹ ਮਕਬੂਲਪੁਰ ਇਲਾਕਾ ਪੈਂਦਾ ਤੇ ਬਕਾਇਦਾ ਤੌਰ ਤੇ ਉਹਨੂੰ ਵਿਧਵਾ ਦੀ ਕਲੋਨੀ ਕਿਹਾ ਜਾਂਦਾ ਜੀ। ਉਹ ਅੱਜ ਦਾ ਨਹੀਂ, ਉਹਦੇ ਲਈ ਇਕੱਲਾ ਨਵਜੋਤ ਸਿੰਘ ਸਿੱਧੂ ਦੋਸ਼ੀ ਨਹੀਂ, ਉਹ ਤਾਂ ਕਹਿੰਦੇ ਪੁਰਾਣੇ ਸ਼ੁਰੂ ਤੋਂ ਹੀ ਆ, ਇੱਕ ਬੰਦੇ ਨੂੰ ਦੋਸ਼ੀ ਨਹੀਂ ਪਿਛਲੇ 30 ਸਾਲ ਤੋਂ ਪਿਛਲੇ 30 ਸਾਲ ਤੋਂ ਬਕਾਇਦਾ ਤੌਰ ਤੇ ਪਹਿਲਾਂ ਉੱਥੇ ਜਾਲੀ ਸ਼ਰਾਬ ਵੇਚਦੀ ਰਹੀ, ਗੋਲੀਆਂ ਪਾ ਕੇ ਸ਼ਰਾਬ ਵੇਚਦੇ, ਲੇਕਿਨ ਉਹ ਸ਼ਰਾਬ ਪੀ ਕੇ ਜਿਹੜੇ ਲੋਕ ਮਰਦੇ ਰਹੇ। ਪੁਲਿਸ ਮਹੀਨਾ ਲੈਂਦੀ ਰਹੀ, ਪੁਲਿਸ ਨੇ ਕੱਖ ਨਹੀਂ ਕੀਤਾ। ਬਕਾਇਦਾ ਤੌਰ ਤੇ ਉਹਨੂੰ ਰੋਕਣ ਵਾਸਤੇ ਥਾਣਾ ਬਣਾਤਾ ਤੇ ਥਾਣੇ ਨੇ ਆਪਣੇ ਮਹੀਨਾ ਥੋੜੇ ਵੱਧ ਕਰਤਾ, ਸਾਡੀ ਫੋਰਸ ਜ਼ਿਆਦਾ ਆ ਗਈ ਹੈ ਜੀ ਉੱਥੇ। ਅੱਜ ਵੀ ਉੱਥੇ ਨਸ਼ੇ ਵਿਕਦੇ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ, ਲੇਕਿਨ ਅਜੇ ਚਿੱਟਾ ਨਹੀਂ ਉੱਥੇ ਆਇਆ। ਟੀਕੇ ਟੂਕੇ ਜ਼ਰੂਰ ਹੈ, ਚਿੱਟਾ ਨਹੀਂ ਜਾਇਆ ਉੱਥੇ, ਪਰ ਉਹ ਤਾਂ ਜੇ ਚਿੱਟੇ ਵਾਲੇ ਆ ਗਏ ਤੇ ਫਿਰ ਸਮਝ ਲਓ ਵੀ ਸ਼ਹਿਰ ਦੇ ਵਿੱਚ ਚਿੱਟਾ ਜ਼ਰੂਰ ਵਿਕੇਗਾ। ਇਸ ਕਰਕੇ ਅਸੀਂ ਇਕੱਲੇ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਸਾਰੇ ਦੋਸ਼ੀ ਸਮੇਤ ਨਵਜੋਤ ਸਿੰਘ ਸਿੱਧੂ। ਕਿਉਂਕਿ ਉਹ ਤਾਂ ਕਹਿੰਦੇ ਜੇ ਆਪਾਂ ਵੇਖੀਏ ਉੱਥੇ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਸੀਵਰੇਜ ਉੱਥੇ ਹੈ ਨਹੀਂ ਹੈ ਜੀ। ਚਲੋ ਗਰੀਬਾਂ ਦੇ ਘਰ ਨੇ, ਪਰ ਮੈਂ ਤਾਂ ਹੈਰਾਨੀ ਦੀ ਗੱਲ ਮੈਨੂੰ ਪੱਟੀ ਸਾਹਿਬ ਇਹ ਆਉਂਦੀ ਹੈ ਵੀ ਗੁਰੂ ਕੀ ਨਗਰੀ ਦੇ ਵਿੱਚ ਜਿੱਥੇ SGPC ਬੈਠੀ ਹੈ ਉੱਥੇ ਨਹੀਂ ਕੋਈ ਇਹਨਾਂ ਗਰੀਬ ਸਿੱਖਾਂ ਦੀ ਕੋਈ ਰੀਹੈਬਿਲਿਟੇਸ਼ਨ ਦੀ ਗੱਲ ਕਰ ਰਿਹਾ, ਤਾਂ ਫਿਰ ਅਸੀਂ ਸਿੱਖੀ ਦਾ ਪ੍ਰਸਾਰ ਕਿੱਥੋਂ ਭਾਲਦੇ ਹਾਂ? ਤੁਸੀਂ ਕਿਹੜੀ ਗੱਲ ਕਰਦੇ ਹੋ ਜੀ? ਸ਼੍ਰੋਮਣੀ ਕਮੇਟੀ ਸਿਰਫ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਸਤੇ, ਲੋਕਾਂ ਦੀਆਂ ਸੇਵਾਵਾਂ ਵਾਸਤੇ ਨਹੀਂ ਹੈਗੀ ਉਹ। ਅੱਛਾ ਜੀ। ਉਹਨਾਂ ਦਾ ਧਿਆਨ ਸਿਰਫ ਗੋਲਕ ਵਾਲੇ ਪਾਸੇ ਹੁੰਦਾ। ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਬਕਾਇਦਾ ਤੌਰ ਤੇ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ ਜੀ। ਉੱਥੇ ਬਕਾਇਦਾ ਉੱਥੋਂ ਦੇ ਸਿੱਖਾਂ ਨੇ ਕਹਿਤਾ ਭਾਈ ਤੁਹਾਨੂੰ ਗੋਲਕ ਨਹੀਂ ਮਿਲਣੀ ਐਤਕੀ। ਕਿਉਂ ਨਹੀਂ ਮਿਲਣੀ? ਤੇ ਅਸੀਂ ਇਹ ਦਰਬਾਰ ਦੀ ਰਿਪੇਅਰ ਕਰਵਾਉਣੀ ਆ। ਝਗੜਾ ਹੋ ਗਿਆ ਇਸ ਗੱਲ ਦਾ, ਰੱਟਾ ਪਾ ਕੇ ਬਹਿ ਗਏ ਉੱਥੇ। ਸਾਡੇ ਮਾਨਯੋਗ ਰਘਬੀਰ ਸਿੰਘ ਦੇ ਸਕੱਤਰ ਸੀ, ਉਹ ਗਏ ਸੀ ਉਦੋਂ, ਉਹ ਕਹਿੰਦੇ ਨਾ ਜੀ ਨਾ, ਗੋਲਕ ਤੇ ਸਾਡੀ ਹੋਊਗੀ। ਬਾਪੂ ਸ਼ਾਮ ਸਿੰਘ ਜੀ, ਬਾਪੂ ਸ਼ਾਮ ਸਿੰਘ ਨੂੰ ਉਹ ਛਾਮਿਆ ਆ ਦੇਵਬਰ ਮਾਈ ਦੀ ਹੋਏ, ਉਹ ਛਾਮਿਆ ਭਾਂਡੇ ਲਈ ਹੋਏ, ਪਰ ਉਹਨੇ ਕਹਿੰਦੇ 7 ਬੱਚਨ ਦੀ। ਉਹਨੇ ਆਪਣੀ ਟੀਮ ਵੀ ਮੁੰਡਿਆਂ ਨੇ ਲਈ ਹੋਣੀ ਤੇ ਆਪ ਵੀ ਹੋਣਾ ਤੇ ਉਹਨੇ ਆਪਣੀ ਸੇਵਾ ਕਰਨੀ ਜੀ। ਹੁਣ ਬਾਪੂ ਸ਼ਾਮ ਸਿੰਘ ਜਿਹੜਾ 2013 ਦੇ ਵਿੱਚ ਇੱਕ ਸਟੇਜ ਤੋਂ ਬੋਲਦਿਆ ਕੀ ਕਹਿੰਦਾ, ਉਹ ਕਹਿੰਦਾ ਵੀ ਸਾਨੂੰ ਪਾਕਿਸਤਾਨ ਕਮੇਟੀ ਕਿਉਂ ਬਣਾਉਣੀ ਪਈ ਜੀ। ਕਹਿੰਦਾ ਜਦੋਂ ਇਹ ਇੱਥੇ ਆਏ ਤੇ ਕਹੇ ਗੋਲਕ ਸਾਡੀ ਹੈ, ਬਾਕੀ ਸਾਰੇ ਤੇ ਗੋਲਕ ਸਾਡੀ ਹੈ। ਅਖੀਰ ਦੇ ਉੱਤੇ ਫੈਸਲਾ ਹੋ ਗਿਆ ਵੀ ਚਲੋ ਗੋਲਕ ਤੁਸੀਂ ਲੈ ਜਾਓ ਜੀ। ਤੇ ਕਹਿੰਦਾ ਜਦੋਂ ਇਹਨਾਂ ਗੋਲਕ ਦੀ ਦੇਣ ਦੀ ਗੱਲ ਕੀਤੀ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਪਲ ਹੰਝੂ ਵਗ ਰਹੇ ਸੀ। ਕਿਉਂ ਵਗ ਰਹੇ ਸੀ? ਇੱਕ ਵਾਰੇ ਜਦੋਂ ਮੀਂਹ ਪੈਂਦਾ ਸੀ ਤੇ ਮੈਨੂੰ ਬਾਬੇ ਦਾ ਗੁੰਮਤ ਜੀ, ਦਰਬਾਰ ਦਾ ਗੁੰਮਤ ਜਿਹੜਾ ਸੀ ਪਾਣੀ ਚੋਂਦਾ ਟਿਪ ਟਿਪ ਕਰਦਾ ਚੋਂਦਾ ਦਿਖਾਈ ਜਾਂਦਾ ਸੀ। ਦੂਜੇ ਪਾਸੇ ਮੈਨੂੰ ਇਹ ਗੋਲ ਜਿਹੜੇ ਗੋਲਕ ਚੋਰਚੇ ਦਿਸਦੇ। ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੁਛ ਨਹੀਂ ਹੈਗਾ ਜੀ। ਗੁਰੂ ਗ੍ਰੰਥ ਸਾਹਿਬ ਦੀ 2 ਵਾਰੀ ਹਰਿਮੰਦਰ ਸਾਹਿਬ ਜੇ ਬੇਅਦਬੀ ਹੋਣੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕਿੱਥੇ ਆ ਜੀ? ਬਕਾਇਦਾ ਤੌਰ ਤੇ ਉਦੋਂ ਕੁਝ ਮੁਲਾਜ਼ਮ ਸਸਪੈਂਡ ਕੀਤੇ ਗਏ ਸੀ, ਐਸਪੀ ਪ੍ਰਧਾਨ ਨੇ ਸ਼ਾਬਾਸ਼ ਦਿੱਤੀ ਸਗੋਂ ਉਹਨਾਂ ਨੂੰ, ਭਾਈ ਤਕੜੇ ਹੋ ਕੇ ਕੰਮ ਕਰੀ। ਕਿਸੇ ਬੰਦੇ ਖਿਲਾਫ ਕੀ ਐਕਸ਼ਨ ਹੋਇਆ ਜੀ? ਨਹੀਂ। ਮੈਨੇਜਰ ਦੇ ਖਿਲਾਫ ਹੋਇਆ, ਕੋਈ ਉੱਥੇ ਦੇ ਇੰਚਾਰਜ ਦੇ ਖਿਲਾਫ ਕਿਸੇ ਖਿਲਾਫ ਐਕਸ਼ਨ ਨਹੀਂ ਹੋਇਆ। ਮੱਕੜ ਨੇ ਕਿਹਾ, ਮੱਕੜ ਨੂੰ ਕਿਹਾ, ਮੈਂ ਕਿਹਾ ਜੀ ਇਹ ਤੇਰਾ ਕਸੂਰ ਕੀ? ਕਹਿੰਦੇ ਦੋਸ਼ੀ ਤੇ ਬੈਠੇ ਸੀ, ਕਿਉਂ ਨਹੀਂ ਫੜਿਆ ਨਾ ਪਹਿਲਾਂ ਉਹਨੂੰ? ਕਿਉਂ ਚੱਪ ਗਿਆ ਉੱਥੇ ਵੀ ਜੰਗਲ? ਲੇਕਿਨ ਐਤਕੀ ਸਭ ਕਿਹਾ ਨਹੀਂ ਜੀ, ਸਾਡੇ ਬੰਦਿਆਂ ਦੀ ਬੜੀ ਵਧੀਆ ਗੱਲ ਕੀਤੀ, ਫੜ ਲਿਆ ਉਹਨੂੰ, ਚਲੋ ਠੀਕ ਆਪਾਂ ਲੈਣ ਇਸ ਗੱਲ ਤੋਂ। ਲੇਕਿਨ ਉਹ ਬਾਪੂ ਸ਼ਾਮ ਸਿੰਘ ਫਿਰ ਕਹਿੰਦਾ ਵੀ ਜਦੋਂ ਉਹ ਮੇਰੀਆਂ ਅੱਖਾਂ 'ਚ ਅੱਥਰੂ ਟਿਪ ਟਿਪ ਕਰਦੇ ਸੀ ਤੇ ਇਹਨਾਂ ਨੂੰ ਬੇਦਰਦਾਂ ਨੂੰ ਤਰਸ ਨਹੀਂ ਆ ਵੀ ਬਾਪੂ ਨੂੰ ਪੁੱਛੇ ਕਹਾਣੀ ਕੀ ਹੈਗੀ ਜੀ। ਬਾਪੂ ਕਹਿੰਦਾ ਫਿਰ ਰਾਤ ਮੈਂ ਸੁੱਤਾ ਨਹੀਂ ਤੇ ਮੈਂ ਜਾਗੋ ਮੀਟਿਆ ਜਾਈ ਸੀ ਜੀ, ਮੈਨੂੰ ਸੁਪਨਾ ਹੁੰਦਾ ਵੀ ਆਪਣੀ ਵੱਖਰੀ ਕਮੇਟੀ ਬਣਾਓ। ਅਗਲੇ ਦਿਨ ਜਾ ਕੇ ਮੈਂ ਅਧਿਕਾਰੀਆਂ ਨਾਲ ਗੱਲ ਕਰਦਾ, ਮੈਂ ਗਵਰਨਰ ਨਾਲ ਗੱਲ ਕਰਦਾ, ਮੈਂ ਫਿਰ ਸਰਕਾਰ ਨਾਲ ਗੱਲ ਕਰਦਾ, ਫਿਰ ਪ੍ਰਧਾਨ ਮੰਤਰੀ ਨਾਲ ਗੱਲ ਕਰਦਾ। ਉਹਨਾਂ ਨੂੰ ਕਹਿੰਦਾ ਵੀ ਇੱਥੋਂ ਦਾ ਪ੍ਰਬੰਧ ਸਾਨੂੰ ਸੌਂਪ ਦਿਓ ਜੀ। ਤੇ ਜਦੋਂ ਬਕਾਇਦਾ ਤੌਰ ਤੇ ਕਮੇਟੀ ਬਣਾ ਕੇ 2000 ਦੇ ਵਿੱਚ ਇਹਨਾਂ ਨੇ ਪ੍ਰਬੰਧ ਲੈ ਲਿਆ ਤੇ ਤੁਹਾਨੂੰ ਪਤਾ ਬੀਬੀ ਜਗੀਰ ਕੌਰ ਪ੍ਰਧਾਨ ਸੀਗੀ ਜੀ, ਤੇ ਇਹਨੇ ਇਸ ਕਰਕੇ ਜੱਥੇ ਭੇਜਣੇ ਬੰਦ ਕਰ ਦਿੱਤੇ ਸੀ ਵੀ ਸਾਨੂੰ ਗੋਲਕ ਨਹੀਂ ਲੈਣ ਦਿੱਤੀ ਉੱਥੋਂ। ਅੱਛਾ ਦੱਸੋ ਬੱਲੇ ਵੀ ਸਾਨੂੰ ਗੋਲਕ ਨਹੀਂ। ਉਹਨਾਂ ਕਹਿਤਾ ਬਾਪੂ ਸ਼ਾਮ ਸਿੰਘ ਕਹਿੰਦਾ ਬੀਬੀ ਜੀ ਇਹ ਹੁਣ ਜਿਹੜੀ ਆ ਗੋਲਕ ਇੱਥੋਂ ਦੀ ਆ ਤੇ ਕਮੇਟੀ ਬਣ ਚੁੱਕੀ, ਕਮੇਟੀ ਪ੍ਰਬੰਧ ਆਪਣਾ ਆਪ ਕਰੇਗੀ। ਉਸ ਤੋਂ ਬਾਅਦ ਜਿਹੜੀ ਕਾਇਆ ਕਲਪ ਉੱਥੋਂ ਦੇ ਗੁਰਧਾਮਾਂ ਦੀ ਕੀਤੀ ਗਈ, ਤੁਸੀਂ ਉਦੋਂ ਦੀ ਐਲਬਮ ਕੱਢ ਕੇ ਵੇਖ ਲਓ ਤੇ ਹੁਣ ਦੀ ਕੱਢ ਕੇ ਵੇਖ ਲਓ, ਜ਼ਮੀਨ ਅਸਮਾਨ ਦਾ ਫਰਕ। ਮੈਂ ਕਿਹਾ ਜੀ ਮੈਂ ਜਦੋਂ ਪਹਿਲਾਂ ਗਿਆ ਸੀਗਾ ਉੱਥੋਂ ਰਹਿਣ ਨੂੰ ਥਾਂ ਨਹੀਂ ਸੀ ਤੇ ਹੁਣ ਦੇਖੋ ਕੱਲਾ ਰਹਿਣ ਦੀ ਜਗ੍ਹਾ ਹੀ ਸੰਗਤਾਂ ਲਈ ਦੇਖੋ ਕਿੰਨੀ ਹੈ।
ਹੁਣ ਤੁਸੀਂ ਵੇਖੋ, ਇਹ ਸਿਰਫ ਗੋਲਕ ਪ੍ਰਬੰਧਕ ਕਮੇਟੀ ਹੈ, ਸਿੱਖਾਂ ਦੀ ਸ਼੍ਰੋਮਣੀ ਕਮੇਟੀ ਨਹੀਂ। ਜਿਹੜਾ ਪ੍ਰਧਾਨ ਕਹਿੰਦਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੋਂ ਪੱਕੀ ਆਸ ਰੱਖਾਂਗੇ। ਬਿਲਕੁਲ ਬਿਲਕੁਲ, ਪਾਰਲੀਮੈਂਟ ਨੂੰ ਮਿੰਨੀ ਕਰਤਾ ਜੀ ਨੇ। ਸਿੱਖ ਬਿਲਕੁਲ ਸਿੱਖ ਕਤਲੇਆਮ ਨੂੰ ਕਹਿੰਦਾ ਵੀ ਦਿੱਲੀ ਦੰਗੇ ਕਹਿੰਦਾ। ਲੈ ਦੱਸੋ, ਜਿਹੜਾ ਪ੍ਰਧਾਨ ਕਹਿੰਦਾ ਲੰਗਰ ਖਾਦਾ ਤੋਂ ਆਪਾਂ ਆਸ ਹੀ ਰੱਖਾਂਗੇ। ਉਹਦੇ ਕੋਈ ਆਸ ਕਿ ਆਪਾਂ। ਇਸ ਕਰਕੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਉਹਨਾਂ ਲੋਕਾਂ ਦੀ ਐਸਜੀਪੀਸੀ ਨੂੰ ਸਾਰ ਲੈਣੀ ਚਾਹੀਦੀ ਹੈ ਜੀ, ਲੇਕਿਨ ਐਸਜੀਪੀਸੀ ਨੇ ਅੱਜ ਤੱਕ ਜਾ ਕੇ ਕਦੀ ਸਾਰ ਨੇ ਲਈ ਵੀ ਗਰੀਬ ਸਿੱਖਾਂ ਦੀ ਕੋਈ ਅਸੀਂ ਪੁੱਛ ਪੜਤਾਲ ਕਰੀਏ ਕਿ ਇਹਨਾਂ ਨੂੰ ਕਿਹੜੀ ਕਿਹੜੀ ਤਕਲੀਫ ਇਹਨਾਂ ਤੱਕ ਇਲਾਜ ਕਰੀਏ ਜੀ। 10 ਸਾਲ ਲਗਾਤਾਰ ਪੰਜਾਬ 'ਚ ਸਰਕਾਰ ਕਾਲੀਆਂ ਜਿਹੜੀ ਕਦੀ ਕਿਸੇ ਲੀਡਰ ਨੇ ਜਾ ਕੇ ਨਹੀਂ ਕਿਹਾ ਵੀ ਵਿਧਵਾਵਾਂ ਦੀ ਕੋਲੋਂ ਜਾ ਕੇ ਕਿਸੇ ਦੀ ਪੈਨਸ਼ਨ ਲਾ ਦੀ, ਕਿਸੇ ਦੀ ਸਹਾਇਤਾ ਕਰਦੀ, ਕੋਈ ਕਰ ਸਕਦੀ ਐਸਜੀਪੀਸੀ ਕਿਉਂ ਨਹੀਂ ਕਰ ਰਹੀ ਜੀ। ਇਸ ਕਰਕੇ ਐਸਜੀਪੀਸੀ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਿੱਧੂ ਸਾਹਿਬ ਸਮੇਂ-ਸਮੇਂ ਤੇ ਮੈਨੂੰ ਕੁਝ ਪਤਾ ਵੀ ਉਹਦੇ ਪਿੱਛੇ ਦੀ ਖਬਰਾਂ ਛਪਦੀਆਂ ਹੁੰਦੀਆਂ ਸੀ ਵੀ ਜਦੋਂ ਇੱਦਾਂ ਹੋਣੀ ਤੇ ਉਹਨੇ ਕਿਸੇ ਦੀ ਮਦਦ ਆਪਣੀ ਜੇਬ ਤੋਂ ਕਰਨੀ ਕੋਈ ਥੋੜੀ ਬਾਲੀ ਵੀ ਇਹਨੇ ਮਹੱਤਵਪੂਰਨ ਪਰਿਵਾਰ ਦੀ। ਉਹ ਇੱਕ ਬੜਾ ਪ੍ਰਚਾਰ ਹੋ ਰਿਹਾ ਵੀ ਸਿੱਧੂ ਸਾਹਿਬ ਨੇ ਅਡਾਪਟ ਕੀਤੇ ਸੀ ਬੱਚੇ, ਜਿੰਨੇ ਪਰਿਵਾਰ ਉਹ ਜਿਹੜੇ ਰੇਲਵੇ ਲਾਈਨ ਵਾਲੇ ਸੀਗੇ, ਤੇ ਕਹਿੰਦੇ ਉਹ ਤਾਂ ਕਹਿੰਦੇ ਛੱਡ ਦਿੱਤੇ, ਐਵੇਂ ਗੱਲਾਂ ਹੀ ਰਹਿ ਗਈਆਂ। ਦੇਖੋ 40 ਪਰਿਵਾਰ ਸੀ ਜੀ, ਉਦੋਂ ਉਹਨਾਂ ਕਿਹਾ ਸੀ ਇਹ ਬੱਚੇ ਪੜ੍ਹਨ, ਇਹਨਾਂ ਬੱਚਿਆਂ ਦਾ ਸਾਰਾ ਖਰਚਾ ਮੈਂ ਦੇਵਾਂਗਾ ਜੀ। ਤੇ ਜੇ ਉਹ ਬੱਚੇ ਪੜ੍ਹਨਗੇ ਤੇ ਫਿਰ ਖਰਚਾ ਕਿੱਥੋਂ ਲੈਣਾ ਉਹਨਾਂ ਨੂੰ? ਉਹ ਗਰੀਬ ਪਰਿਵਾਰ ਦੇ ਬੱਚੇ ਸੀ, ਉਹ ਥੋੜੇ ਜਿਹੇ ਵੱਡੇ ਹੋਏ ਤੇ ਆਪਾਂ ਉਹਨੇ ਕੰਮਾਂ ਕਰਦੇ ਲੱਗ ਗਏ ਜੀ। ਉਹਨੇ ਕਿਹਾ ਬੱਚੇ ਪੜ੍ਹੋ, ਕਿਹੜੇ ਸਕੂਲ ਪੜ੍ਹਦੇ ਨੇ, ਫੀਸ ਤੁਹਾਡੀ ਮੇਰੇ ਘਰੋਂ ਜਾਊਗੀ, ਤੇ ਜੇ ਬੱਚੇ ਪੜ੍ਹਨਗੇ ਤੇ ਫਿਰ ਉਹ ਫੀਸ ਸਾਰੀ ਦੇਊਗਾ ਜੀ। ਇਸ ਟਾਈਮ ਤੇ ਉਸ ਟਾਈਮ ਤੇ ਉਹਨੇ ਵੇਖੋ, ਜਿਸ ਟਾਈਮ ਤੇ ਉਹ ਕੇਰਲਾ ਦੇ ਵਿੱਚ ਸੀਗਾ, ਜਦੋਂ ਇਹ ਘਟਨਾ ਵਾਪਰੀ ਤੇ ਬਕਾਇਦਾ ਤੌਰ ਤੇ ਪੁਤਲੇ ਨੂੰ ਅੱਗ ਲੱਗ ਗਈ ਤੇ 20 ਮਿੰਟ ਪਹਿਲਾਂ ਅੱਗ ਲਾ ਕੇ ਉਹਦੀ ਘਰ ਵਿੱਚ ਜਾ ਚੁੱਕੀ ਸੀ ਜੀ। ਜੇ ਬਾਅਦ ਦੇ ਵਿੱਚੋਂ ਲੋਕ ਚਲੇ ਗਏ ਨਾ ਤਾਂ ਸਿੱਧੂ ਦਾ ਕਸੂਰ ਤੋਂ ਕੱਢਦੀ ਆਪਾਂ। ਅਕਾਲੀਆਂ ਨੇ ਧਰਨਾ ਦਿੱਤਾ ਬਕਾਇਦਾ ਤੌਰ ਤੇ ਸਿੱਧੂ ਤੇ ਪਰਚਾ ਕਰੋ ਜੀ। ਸਿੱਧੂ ਤੇ ਕਰਨਾ ਵੀ ਬਿਠਾ ਸੀ ਜਰਾ ਉਹਨੂੰ। ਸਿੱਧੂ ਤੇ ਕਿਸੇ ਨੇ ਕਿਹਾ ਸੀ ਵੀ ਤੁਸੀਂ ਜਾਓ, ਬਕਾਇਦਾ ਤੌਰ ਤੇ ਮਿੱਠੂ ਮੈਦਾਨ ਨੇ 3 ਵਾਰੀ ਉੱਥੋਂ ਅਨਾਉਂਸਮੈਂਟ ਕੀਤੀ। ਹਾਂ ਭਾਈ, ਗੱਡੀ ਆ ਗਈ, ਸੁਣਦੀ ਆ ਪਿੱਛੇ ਆਵਾਜ਼ ਸੁਣਦੀ ਹੈ। ਹਾਂਜੀ, ਲਾਈਨਾਂ ਤੇ ਕੋਈ ਨਾ ਜਾਵੇ ਵੀ ਲਾਈਨਾਂ ਤੋਰੇ ਹੋ ਜਾਓ, ਲਾਈਨਾਂ ਤੇ ਕੋਈ ਜਾਇਓ। ਲਾਈਨਾਂ ਨੂੰ ਪਿਛਲੇ 30 ਸਾਲ ਤੋਂ ਉੱਥੇ ਦੁਸਹਿਰਾ ਮਨਾਇਆ ਜਾਂਦਾ ਸੀ, ਕੋਈ ਨਵਾਂ ਨਹੀਂ ਮਨਾਉਣ ਲੱਗੇ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਵੀ ਇਹ ਲੋਕਾਂ ਦਾ ਦੋਸ਼ ਹੋ ਸਕਦਾ ਕਿ ਸਿੱਧੂ ਦੀ ਇੱਕ ਬੜੀ ਤਕੜੀ ਖਾਮੀ ਹੈ। ਉਹਨੂੰ ਗਰੀਬ ਜਿਹੜੇ ਨਾ ਗਰੀਬ ਉਹ ਚੰਗੇ ਨਹੀਂ ਲੱਗਦੇ। ਚੰਗੇ ਇੱਕ ਪਾਸੇ ਤਾਂ ਉਹਨਾਂ ਦਾ ਧਿਆਨ ਰੱਖਦਾ, ਦੂਜੇ ਪਾਸੇ ਚੰਗੇ ਨਹੀਂ ਲੱਗਦੇ। ਇਹ ਕੀ ਗੱਲ? ਪਤਾ ਨਹੀਂ, ਫਿਰ ਵੇਖੋ ਨਾ, ਜਾਂ ਤਾਂ ਤੁਸੀਂ ਗੱਲ ਕਹੀ ਆ ਵੀ ਜਾਂ ਤੇ ਜਾ ਕੇ ਉਹਨਾਂ ਦੇ ਵਿੱਚ ਵਿਚਾਰੇ ਵਿੱਚ ਨਹੀਂ ਜਾ ਸਕਦਾ। ਕਈ ਬੰਦਿਆਂ ਦੀ ਆਦਤ ਹੁੰਦੀ ਆ ਵੀ ਨਹੀਂ ਯਾਰ ਬੋ ਆਉਂਦੀ ਆ, ਦੂਰੋਂ ਕਰ ਦਿਓ ਬਸ, ਬਿਲਕੁਲ ਵਾਹ ਕਰਾ ਦਿਓ। ਹਾਂ ਬਿਲਕੁਲ, ਕਿਉਂਕਿ ਉੱਥੇ ਜਾਣ ਲਈ ਜਿਗਰਾ ਚਾਹੀਦਾ ਜੀ। ਜਿੰਨਾ ਘਰਾਂ 'ਚ ਮੈਂ ਜਾ ਕੇ ਆਇਆ ਜੀ ਪੱਟੀ ਸਾਹਿਬ, ਮੇਰਾ ਤਾਂ ਰੋਣ ਨਿਕਲ ਗਿਆ, ਕਸਮੀ ਹੈ ਗੱਲ। ਜੀ ਮੈਂ ਤੁਹਾਡੀ ਵੀਡੀਓ ਸੁਣੀ ਹੈ ਜੀ। ਤੁਹਾਡੀ ਵੀਡੀਓ ਮੈਂ ਸੁਣੀ ਹੈ, ਬਿਲਕੁਲ ਦੁਰਸਤ ਤੁਸੀਂ ਕਰਕੇ, ਬਿਲਕੁਲ ਦੁਰਸਤ ਕਰਕੇ ਆਏ ਹੋ। ਬਕਾਇਦਾ ਤੌਰ ਤੇ ਸਿੱਧੂ ਕੱਲਾ ਦੀ, ਮੈਂ ਸੋਚਦਾ ਮੈਂ ਪਿਛਲੇ ਸਮੇਂ ਤੋਂ ਉਸ ਤੋਂ ਪਹਿਲਾਂ ਜਿੰਨੇ ਵੀ ਉੱਥੇ ਵਿਧਾਇਕ ਰਹੇ, ਮੈਂ ਤਾਂ ਇੱਕ ਸਾਰਿਆਂ ਨੂੰ ਕਹਿੰਦਾ ਸਾਰੇ ਜ਼ਿੰਮੇਵਾਰ ਨੇ, ਸਾਰੇ ਜ਼ਿੰਮੇਵਾਰ। ਕਿਉਂਕਿ ਬੀਜੇਪੀ ਦਾ ਗੜ ਰਿਹਾ ਇਲਾਕਾ ਉਹ। ਜੀ ਬੀਜੇਪੀ ਦੇ ਹਿੱਸੇ ਰਹੀ ਆ ਉਹ ਸੀਟ। ਜੀ ਉੱਥੋਂ 20 ਕਦਮ 20 ਕਿਲੋਮੀਟਰ ਹੈ ਝਬਾਲ। ਹਾਂਜੀ ਝਬਾਲ ਦਾ ਪਿੰਡ ਦਾ ਜਿਹੜਾ ਝਬਾਲ ਪਿੰਡ ਕਿੱਡਾ ਕਾ ਦੱਸੋ? ਜੀ ਉਹਦਾ ਜਿਹੜਾ ਕਮਿਊਨਿਟੀ ਹੈਲਥ ਸੈਂਟਰ ਹੈ ਪੱਟੀ ਸਾਹਿਬ, ਰੋਜ਼ਾਨਾ 300 ਬਿਮਾਰ ਬੱਚਾ ਜਿਹੜਾ ਨਸ਼ੇ ਕੰਨੀਓ ਬਿਮਾਰ ਹੈ ਉਹ ਦਵਾਈ ਲੈਣ ਆਉਂਦਾ ਕੱਲੇ ਝਬਾਲ 'ਚ। ਤੇ ਹਲੇ ਆਲੇ ਦੁਆਲੇ ਕੀ ਹਾਲ ਹੋਊਗਾ? ਜੀ ਇਹ ਮਾਝੇ ਦੀ ਤਸਵੀਰ ਮੈਨੂੰ ਤਾਂ ਪਤਾ ਹੀ ਨਹੀਂ ਸੀ। ਕਸਮੀ ਗੱਲ ਆ, ਮੈਂ ਆਪਦੇ ਰੁਜ਼ਗਾਰ ਤੇ ਤਾਂ ਨਹੀਂ ਮੈਂ ਕਹਿ ਸਕਦਾ ਮੇਰਾ ਰੁਜ਼ਗਾਰ ਨਹੀਂ ਹੈ, ਪਰ ਮੇਰਾ ਜਿਵੇਂ ਕਹਾਂ ਕਿ ਮੇਰਾ ਇਹ ਇੱਕ ਅਕੀਦਾ ਹੈ, ਜੋ ਮੈਂ ਪ੍ਰੋਫੈਸ਼ਨ ਹੈ ਮੇਰਾ ਇੱਕ ਪੈਸ਼ਨ ਹੈ। ਅੱਜ ਮੈਂ ਸੀਟ ਦੇ ਉੱਤੇ ਸਹੁੰ ਖਾ ਕੇ ਕਹਿੰਦਾ ਕਿ ਮੈਨੂੰ ਨਹੀਂ ਪਤਾ ਸੀ ਵੀ ਮਾਝੇ ਦੇ ਵਿੱਚ ਆਹ ਸਥਿਤੀ ਹੈ ਨਸ਼ੇ ਦੀ। ਮੈਂ ਤਾਂ ਲੜ ਪੈਂਦਾ ਸੀ ਕਹਿੰਦਾ ਯਾਰ ਤੁਸੀਂ ਪੰਜਾਬ ਨੂੰ ਬਦਨਾਮ ਕਰਦੇ ਹੋ, ਪਰ ਮੈਂ ਤਾਂ ਹੈਰਾਨ ਰਹਿ ਗਿਆ ਮਾਝੇ ਦੇ ਹਾਲਾਤ ਦੇਖ ਕੇ। ਮਾਲਵਾ ਦਾ ਕੁਝ ਵੀ ਨਹੀਂ ਉਹਦੇ ਮੁਕਾਬਲੇ। ਇਹ ਕੀ ਹੈ? ਕਿਤੇ ਇਹ ਤਾਂ ਨਹੀਂ ਵੀ ਖਾੜਕੂਵਾਦ ਨੇ ਇੱਕ ਨਸਲ ਖਾੜਕੂਵਾਦ ਵੇਲੇ ਖਤਮ ਹੋ ਗਈ ਤੇ ਦੂਜੀ ਆ ਨਸ਼ੇ 'ਚ ਖਤਮ ਕਰ ਦਿਓ, ਵੀ ਇੱਥੇ ਕੋਈ ਸਿੰਘ ਉੱਠੇ ਹੀ ਨਾ। ਬਿਲਕੁਲ ਹਾਂਜੀ, ਬਿਲਕੁਲ ਜੀ ਬਿਲਕੁਲ। ਕਿਆ ਮੈਂ ਤਾਂ ਹੈਰਾਨ ਹੈ ਪੱਟੀ ਸਾਹਿਬ, ਹੋਈ ਅੱਜ ਦੀ ਡੇਟ ਦੇ ਵਿੱਚ ਵੇਖੋ ਜੀ, ਪਾਕਿਸਤਾਨ ਤੋਂ ਕਹਿੰਦੇ ਨਸ਼ਾ ਆਉਂਦਾ, ਬਿਲਕੁਲ ਆਉਂਦਾ, ਪਰ ਉਹਦਾ ਕੋਈ ਉਹ ਪਾਕਿਸਤਾਨ ਵਾਲੇ ਨਸ਼ੇ ਨੂੰ ਤਾਂ ਖਾ ਹੀ ਨਹੀਂ ਸਕਦਾ ਕੋਈ, ਮਹਿੰਗਾ ਹੀ ਬੜਾ ਮਿਲ ਜਾਂਦਾ। ਵਾਇਆ ਕਿਹੜਾ ਹੁੰਦਾ ਵੇਖ ਲਓ ਤੁਸੀਂ। ਵਾਇਆ ਗੁਜਰਾਤ ਹੀ ਹੁੰਦਾ ਨਸ਼ਾ। ਬਿਲਕੁਲ, ਹੁਣ ਤਾਂ ਵਾਇਆ ਟੈਂਕ ਤੋਪ ਟੈਂਕਰ ਰਾਹੀਂ ਆਉਣ ਲੱਗ ਪਿਆ ਜੀ।
ਬਿਲਕੁਲ ਸਾਬਤ ਹੋ ਗਿਆ ਬਕਾਇਦਾ ਤੌਰ ਤੇ ਵੀ ਉਸ ਪਾਸੇ ਨਸ਼ਾ ਹੁੰਦਾ। ਅਸੀਂ ਇਸ ਬਾਰਡਰ ਨੂੰ ਬਦਨਾਮ ਕਰੀ ਜਾਂਦੇ। ਚਲੋ ਇਸ ਕਰਕੇ ਪੰਜਾਬ ਨੂੰ ਜੇ ਬਚਾਉਣਾ ਤੇ ਪੰਜਾਬ ਨੂੰ ਬਚਾਉਣ ਵਾਸਤੇ ਹਰ ਇੱਕ ਨੂੰ ਅੱਗੇ ਆਉਣਾ ਪਊਗਾ, ਨੌਜਵਾਨ ਨੂੰ ਸਮਝਾਉਣਾ ਪਊਗਾ, ਉਹਨਾਂ ਦੇ ਰੁਜ਼ਗਾਰ ਦੇ ਬੰਦੋਬਸਤ ਕਰਨੇ ਪੈਣਗੇ। ਅੱਜ ਦੀ ਡੇ ਜੋ ਬੰਦਾ ਫਰਸਟ੍ਰੇਟ ਹੁੰਦਾ ਫਿਰ ਕਰਦਾ ਕੀ ਹੈ? ਇਹ ਕੁਝ ਕਰਨਾ ਫਿਰ। ਜਦੋਂ ਕਹਿੰਦਾ ਚਲੋ ਠੀਕ ਆ, ਘਰ ਦੇ ਵੀ ਕਹਿੰਦੇ ਵੀ ਕਾਕਾ ਇੰਨਾ ਪੜ੍ਹ ਕੇ ਤੂੰ ਕੀਤਾ ਹੀ ਦੱਸ ਕੀ ਕਰਦਾ। ਇੱਕ ਨਾ ਦਾਨੇ ਵਾਲੀਆ ਸਾਹਿਬ ਅਜੀਤ ਸਿੰਘ ਨਾਂ ਦਾ ਇੱਕ ਜੇਲ੍ਹ ਸੁਪਰਡੈਂਟ ਹੁੰਦਾ ਸੀ ਜੀ। ਜੀਤ ਸਿੰਘ ਨੇ ਕੀ ਕੀਤਾ ਵੀ ਉਹ ਕਿਸੇ ਹੋਰ ਮੁੰਡੇ ਦੀ ਥਾਂ ਤੇ ਐਗਜ਼ਾਮ ਦੇਣ ਚਲਾ ਗਿਆ ਜੀ। ਇਹਨੇ ਮੁਖਬਰੀ ਕਰਤੀ, ਫੜ ਲਿਆ ਗਿਆ ਉਹਨੂੰ। ਬਿਸ਼ਨ ਸਿੰਘ ਸਮੁੰਦਰੀ ਬਕਾਇਦਾ ਤੌਰ ਤੇ ਜਿਹੜਾ ਇੱਥੇ ਹੁੰਦਾ ਸੀਗਾ ਵਾਈਸ ਚਾਂਸਲਰ ਹੁੰਦੇ ਸੀ ਗੁਰੂ ਨਾਨਕ ਯੂਨੀਵਰਸਿਟੀ ਦੇ ਜੀ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਸਟੂਡੈਂਟ ਰਿਹਾ ਤੇ ਇਹ ਸਾਡੇ ਕੋਲ ਪੜ੍ਹਿਆ ਇੱਥੇ, ਉਹਨਾਂ ਨੇ ਇਹਨੂੰ ਚਿੱਠੀ ਪਵਾਈ ਰਿਸ਼ਤਾ ਕੋਲੋਂ ਵੀ ਭਾਈ ਕਾਕਾ ਤੈਨੂੰ ਨੌਕਰੀ ਦੇਣੀ ਹੈ ਤੇ ਤੇਰੇ ਵਾਸਤੇ ਨੌਕਰੀ ਨਿਕਲੀ। ਉਹ 10 ਮੁੰਡਾ ਸੀਗਾ ਜੀ। ਉਹਨੇ ਉਹ ਚਲੇ ਗਿਆ ਆਪਣੇ ਸਰਟੀਫਿਕੇਟ ਲੈ ਕੇ ਆਇਆ। ਉਹਨਾਂ ਸਰਟੀਫਿਕੇਟ ਸਾਰੇ ਵੇਖ ਕੇ ਕਹਿੰਦਾ ਦੌੜ ਜਾ ਤੋਂ ਤੇਤੇ ਪੱਤਾ ਕਰਨਾ ਜੇ ਨੌਕਰੀ ਕੀਤੀ ਹੈ ਤੂੰ ਭੱਜ ਜਾ ਇੱਥੋਂ। ਸਰਟੀਫਿਕੇਟ ਕੋਈ ਕੋਲ ਨਹੀਂ ਸੀਗਾ ਜੀ। ਘਰ ਜਾਣਾ ਰੋਣਾ। ਜਦੋਂ ਕਿਸੇ ਪੁੱਛਿਆ ਤੇਰੀ ਐਮਏ ਕੀਤੀ ਕਿੱਥੇ ਗਈ ਆ, ਉਹ ਕਹਿੰਦਾ ਖੋਤਾ ਖਾ ਗਿਆ ਮੇਰੀ ਐਮਏ ਜੀ। ਪਾਠ ਬੜਾ ਕਰਦਾ ਸੀ ਉਹ। ਇੱਕ ਦਿਨ ਮਨ ਦੇ ਵਿੱਚ ਆਇਆ ਜੇ ਬੀਬੀਆਂ ਬੜੀਆਂ ਦਇਆਵਾਨ ਹੁੰਦੀਆਂ ਕਿ ਕਿਉਂ ਨਾ ਮੈਂ ਵਾਈਸ ਚਾਂਸਲਰ ਘਰ ਲੈ ਕੇ ਜਾਵਾਂ ਜੀ। ਜੇਰਾ ਜਿਹਾ ਕਰਕੇ ਉਦੋਂ ਸਿਕਿਉਰਿਟੀ ਇੰਨੀ ਨਹੀਂ ਹੁੰਦੀ। ਉਹਨਾਂ ਦੀ ਕੋਠੀ ਚਲੇ ਗਿਆ ਜੀ, ਮੈਂ ਬੀਬੀ ਜੀ ਨੂੰ ਮਿਲਣਾ ਜੀ। ਉਹਨਾਂ ਮਲਾਤਾ ਦੇ ਭੁੰਜੇ ਬਹਿ ਗਿਆ ਤੇ ਰੋਈ ਜਾਵੇ। ਉਹ ਕਹਿੰਦੀ ਕਾਕਾ ਦੱਸ ਗੱਲ ਕੀ ਹੋਈ? ਉਹਨੇ ਕਿਹਾ ਜੀ ਮੈਂ ਆਹ ਗਲਤੀ ਕੀਤੀ ਹੈ, ਇਹਦੀ ਮੈਨੂੰ ਇੰਨੀ ਸਜ਼ਾ ਮਿਲ ਗਈ ਹੈ ਤੇ ਮੇਰੇ ਤੇ ਕਿਰਪਾ ਕਰੋ। ਵੀਸੀ ਸਾਹਿਬ ਮੰਨ ਨਹੀਂ ਰਹੇ ਜੀ। ਉਹਦੀ ਕਾਕਾ ਤੂੰ ਪਰਸੋਂ ਆ ਕੇ ਆਪਣੇ ਸਰਟੀਫਿਕੇਟ ਲੈ। ਉਹਨੇ ਘਰ ਹੈ ਜੀ ਵੀਸੀ ਦੀ ਥੋੜੀ ਚਾਰ ਕੰਮ ਕੀਤੀ ਵੀ ਉਹ ਮੁੰਡਾ ਤਾਂ ਤੇਰਾ ਮਰਨਾਊ ਪਿਆ ਤੇ ਤੂੰ ਕੀ ਕਰਨ ਡਿਆ ਇੱਥੇ? ਜੇ ਉਹਨੇ ਗਲਤੀ ਕੀਤੀ ਜਾਂ ਪਰਚਾ ਕਰਾ ਦੇ ਕੁਝ ਕਰਾ ਦੇ ਵੱਖਰੀ ਗੱਲ ਸੀ, ਤੂੰ ਸਰਟੀਫਿਕੇਟ ਲੈ ਕੇ ਬਹਿ ਗਿਆ। ਉਹ ਕਹਿੰਦਾ ਬੜੀ ਵੱਡੀ ਗਲਤੀ, ਮੈਂ ਗਦਰ ਨਹੀਂ ਬਚਣ ਦੇਣਾ ਯੂਨੀਵਰਸਿਟੀ ਦੇ ਵਿੱਚ ਜੀ। ਵਾਈਸ ਚਾਂਸਲਰ ਜਿਹੜਾ ਸਮੁੰਦਰੀ ਸੀ ਬੜਾ ਤਕੜਾ ਸੀਗਾ। ਉਹਨੇ ਜਵਾਨ ਨੇ ਫਿਰ ਜਿਹੜੀ ਉਹਦੀ ਘਰ ਦੇ ਜ਼ੋਰ ਪਾ ਕੇ ਉਹ ਸਰਟੀਫਿਕੇਟ ਮੰਗਾਏ ਤੇ ਤੀਜੇ ਦੇ ਮੁੰਡੇ ਦਿੱਤੇ, ਲੈ ਕਾਕਾ ਲੈ ਜਾ। ਫਿਰ ਉਹ ਜਿਹੜਾ ਸੀ ਡਿਪਟੀ ਸੁਪਰਡੈਂਟ ਜੇਲ੍ਹ 'ਚ ਭਰਤੀ ਹੋਇਆ। ਇੰਨਾ ਫਿਰ ਪਾਚਕ ਸੀਗਾ ਗੁਰੂ ਦਾ, ਉਹਦਾ ਨਾਂ ਸੀ ਅਜੀਤ ਸਿੰਘ। ਕਲਮ ਨਹੀਂ, ਮੇਰਾ ਨਾਂ ਅਜੀਤ ਸਿੰਘ। ਜੀਤ ਸਿੰਘ ਜਿਹੜਾ ਉਹ ਸਾਹਿਬਜ਼ਾਦਾ ਨਾਮ, ਮੇਰਾ ਨਾਂ ਜੀਤ ਸਿੰਘ ਜੀ। ਬਕਾਇਦਾ ਤੌਰ ਤੇ ਆਪਣਾ ਨਾਂ ਜੀਤ ਸਿੰਘ ਤੇ ਮੁੜ ਕੇ ਜੇਲ੍ਹ ਸੁਪਰਡੈਂਟ ਰਿਟਾਇਰ ਹੋਇਆ ਸੀਗਾ। ਤੇ ਮੇਰਾ ਇਹ ਕਹਿਣ ਤੋਂ ਭਾਵ ਇਹਨਾਂ ਨੌਜਵਾਨਾਂ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਪਾਉਣਾ, ਕੋਈ ਕਿਸੇ ਇੱਕ ਦਾ ਕੰਮ ਨਹੀਂ ਹੈਗਾ। ਆਹ ਸਾਡੀਆਂ ਜਿਹੜੀਆਂ ਪਾਰਟੀਆਂ ਵਕਤ ਸਾਨੂੰ ਕਦੀ ਕਿਸੇ ਨੇ ਕਿਹਾ ਤੁਹਾਨੂੰ ਐਜੂਕੇਸ਼ਨ ਫ੍ਰੀ ਦਿਆਂਗੇ ਨਾ, ਸਾਨੂੰ ਕਿਸੇ ਨੇ ਕਿਹਾ ਤੁਹਾਨੂੰ ਸਿਹਤ ਸਹੂਲਤਾਂ ਫ੍ਰੀ ਦਿਆਂਗੇ, ਸਾਨੂੰ ਕਿਸੇ ਨੇ ਕਿਹਾ ਤੁਹਾਨੂੰ ਰੁਜ਼ਗਾਰ ਦਿਆਂਗੇ। ਇਹ ਕਹਿੰਦੇ ਤੁਹਾਨੂੰ 35 ਕਿਲੋ ਕਣਕ ਫ੍ਰੀ ਦੇ ਦਿਆਂਗੇ, ਦਾਲ ਦੇ ਦਿਆਂਗੇ, ਚਾਹ ਪੱਤੀ ਦੇ ਦਿਆਂਗੇ। ਇਹ ਪਾਸੇ ਆ ਗਏ। ਸਾਨੂੰ ਇਹ ਸੋਚਣਾ ਪਊਗਾ, ਅਸੀਂ ਕਹੀਏ ਨਾ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਐਜੂਕੇਸ਼ਨ ਚਾਹੀਦੀ, ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ। ਜਦੋਂ ਇਸ ਪਾਸੇ ਤੁਰ ਪਾਵਾਂਗੇ ਨਾ ਅਸੀਂ, ਜਿੱਦਾਂ ਹੁਣ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਇਹਨਾਂ ਨੂੰ ਜਦੋਂ ਵੋਟਾਂ ਮੰਗਣ ਜਾਂਦੇ ਆ ਜੀ। ਵੈਸੇ ਕਿਸਾਨ ਅੰਦੋਲਨ ਦਾ ਅਸਰ ਦਿਸ ਰਿਹਾ। ਬਿਲਕੁਲ ਬਿਲਕੁਲ ਕਿਸਾਨ ਨੂੰ ਬੜਾ ਦੱਸਣ ਜੀ। ਹੁਣ ਕਹਿੰਦੇ ਵੈਸੇ ਇੱਕ ਗਾਣਾ ਹੁੰਦਾ ਹੀ ਉੱਥੇ ਤਾਂ ਸੁਰੇਸ਼ ਕੁਮਾਰ ਜਦੋਂ ਜਿਹੜੇ ਆਹ ਸੀਗੇ ਆਪਣੇ ਪ੍ਰਿੰਸੀਪਲ ਸੈਕਟਰੀ ਕੀ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ, ਇਹ ਡੀਸੀ ਲੱਗੇ ਹੁੰਦੇ ਫਰੀਦਕੋਟ ਤੇ ਇਹਨਾਂ ਨੇ ਉਹ ਦਿਦਾਰ ਸੰਧੂ ਦਾ ਗਾਣਾ ਸੀ ਨਾ, ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ, ਹਾਂਜੀ ਉੱਥੇ ਫਿਰ ਪੁਲ ਬਣਵਾਤਾ ਸੀ। ਦੇਖੋ ਡੀਸੀ ਅੱਜ ਵੀ ਇਹਨਾਂ ਨੂੰ ਯਾਦ ਕੀਤਾ ਜਾਂਦਾ ਉੱਥੇ। ਜਿਵੇਂ ਅਬੋਹਰ ਦੇ ਵਿੱਚ ਕੁਲਵੀਰ ਕੰਗ ਹੋਰੀ ਜਿਹੜੇ ਤੁਹਾਡੇ ਅੰਮ੍ਰਿਤਸਰ ਰਹੇ ਨੇ ਕਮਿਸ਼ਨਰ, ਉਹ ਐਸਡੀਆਂ ਉੱਥੇ ਹੁੰਦੇ ਸੀ ਈਓ, ਉਦੋਂ ਈਓ ਦੀ ਪੋਸਟ ਹੁੰਦੀ ਸੀ। ਜਿਵੇਂ ਉਹਨਾਂ ਨੂੰ ਉੱਥੇ ਸਦਾ ਲਈ ਯਾਦ ਕੀਤਾ ਜਾਂਦਾ। ਉੱਥੇ ਹਬੋਰ ਦੀ ਤਰੱਕੀ ਦੇ ਪਿੱਛੇ ਉਹਨਾਂ ਨੇ ਫੁੱਟਬਾਲ ਗਰਾਊਂਡ ਦੇ ਵਿੱਚ ਉਦੋਂ ਫਲੱਡ ਲਾਈਟਾਂ ਲਵਾ ਕੇ ਤੇ ਰਾਤ ਨੂੰ ਮੈਚ ਕਰਾਇਆ ਸੀ। ਇਹ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ ਇਹ ਇੱਕ ਤਕੀਆ ਕਲਾਮ ਬਣ ਗਿਆ। ਤੇ ਇਹ ਤਕੀਆ ਕਲਾਮ ਕਹਿੰਦੇ ਰਾਜੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਦਰਵਾਜ਼ੇ ਲਈ ਵੀ ਬਣਿਆ ਸੀ। ਕਹਿੰਦੇ ਜੀ ਉਹਦੇ ਉੱਤੇ ਵੀ ਹੁਣ ਪੁਲ ਬਣ ਗਿਆ, ਕਹਿੰਦੇ ਖੁੱਲ ਗਿਆ। ਬਿਲਕੁਲ ਜੀ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਉਹਦੇ ਘਰ ਦੇ ਮਹੱਲ ਦੇ ਅੱਗੇ ਜਿਹੜਾ ਸੀ 1 ਕਿਲੋਮੀਟਰ ਇੱਕ ਬੈਰੀਅਰ ਲੱਗੇ ਸੀ, ਕਿਸੇ ਨੂੰ ਅੱਗੇ ਹੁਕਮ ਨਹੀਂ ਸੀ ਕੀਤਾ ਸਕਦਾ। ਜੇ ਕਿਹੜੇ ਵੱਡੀ ਸਿਫਾਰਿਸ਼ ਨਾਲ ਕੋਈ ਮੰਤਰੀ ਸੰਤਰੀ ਚਲਾ ਜਾਂਦਾ ਸੀ ਤੇ ਘੰਟਾ ਉਹਨੂੰ ਲੱਗ ਜਾਂਦਾ ਸੀ ਉਹ ਬੈਰੀਅਰ ਪਾਰ ਕਰਦਿਆਂ ਜੀ।
ਅੱਜ ਕੱਲ ਹੁਣ ਬਕਾਇਦਾ ਤੌਰ ਤੇ ਜਦੋਂ ਮੁੱਖ ਮੰਤਰੀ ਦੀ ਵੀ ਰਹੇ, ਤਾਕਤ ਵੀ ਨਹੀਂ ਰਹੀ, ਸਭ ਕੁਝ ਪਾਸੇ ਚਲ ਗਿਆ, ਸਾਰੇ ਬੈਰੀਕੇਡ ਹਟਾ ਦਿੱਤੇ ਗਏ। ਤੁਹਾਨੂੰ ਪਤਾ ਹੋਏਗਾ ਜਦੋਂ 2002 ਦੇ ਵਿੱਚ ਮੁੱਖ ਮੰਤਰੀ ਕੈਪਟਨ ਜਿਹੜੇ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਤੇ ਇਹਨਾਂ ਦੇ ਮਹੱਲ ਨੂੰ 6 ਫੀਡਰਾਂ ਤੋਂ ਸਪਲਾਈ ਦਿੱਤੀ ਗਈ ਸੀ। 6 ਫੀਡਰਾਂ ਤੋਂ ਜੀ, ਇੱਕ ਨਾ ਅੱਧਾ, ਇੱਕ ਨਹੀਂ ਦੋ ਦੀ, 6 ਫੀਡਰ ਸਪਲਾਈ ਦਿੱਤੀ ਗਈ ਸੀ ਮਹੱਲ ਨੂੰ, ਤੇ ਇੱਕ ਖਰਾਬ ਦੂਜਾ ਤੀਜਾ ਤੀਜਾ ਵੀ ਇਹਦੀ ਸਪਲਾਈ ਬੰਦ ਨਹੀਂ ਹੋਣੀ ਚਾਹੀਦੀ ਮਹੱਲ ਦੀ ਬਿਜਲੀ ਸਪਲਾਈ ਜਿਹੜੀ ਹੈ ਜੀ। ਹੁਣ ਇਹਨਾਂ ਨੇ ਕੀ ਕੀਤਾ ਵੀ ਹੁਣ ਲੋੜ ਆ, ਹੁਣ ਵੋਟਰ ਦੀ ਲੋੜ ਆ, ਵੋਟਾਂ ਨੂੰ ਲੋਕਾਂ ਨੂੰ ਮਿਲਣਾ ਪਊਗਾ। ਹੁਣ ਬਕਾਇਦਾ ਤੌਰ ਤੇ ਉਹਨਾਂ ਦੀ ਜਿਹੜੇ ਬੈਰੀਕੇਡ ਹਟਾ ਦਿੱਤੇ ਗਏ ਆ, ਜਿਹੜੇ ਸਿਕਿਉਰਿਟੀ ਵਾਲੇ ਹੁਣ ਇੰਨੀ ਸਖਤੀ ਨਹੀਂ ਕਰਦੇ, ਦੱਸੋ ਜੀ ਕਿਹਨੂੰ ਮਿਲਣਾ ਸੀ, ਮਿਲਣੇ ਜਾਓ ਜੀ, ਕੋਈ ਨਹੀਂ, ਬੀਬੀ ਜੀ ਬੈਠੇ ਨੇ ਹਾਲ ਤੇ ਬੈਠੇ ਨੇ ਜੀ, ਸ਼ਿਕਾਇਤਾਂ ਸੁਣ ਰਹੇ ਨੇ ਜੀ। ਸ਼ਿਕਾਇਤਾਂ ਸੁਣਨ ਦਾ ਕੀ ਫਾਇਦਾ ਜਦੋਂ ਕਲਮ ਹੀ ਨਹੀਂ ਰਹੀ ਉੱਥੇ ਘੁੱਗੀ ਮਾਰਨ ਵਾਲੀ। ਚਲੋ ਜੋ ਵੀ ਹੈ ਜੀ, ਆਪਣੀ ਕਾਰਵਾਈ ਤੇ ਪੂਰੀ ਕਰਦੇ ਨਾ, ਤੁਸੀਂ ਫੋਨ ਕਰਤਾ, ਫਿਰ ਵੀ ਦੇਖੋ ਲੀਡਰ ਨੇ, ਬੀਬੀ ਜੀ ਅੱਜ ਕੱਲ MP ਨੇ, ਫਿਰ ਹੀ ਅਫਸਰ ਤੇ ਮਾੜਾ ਮੋਟਾ ਅਸਰ ਹੈਗਾ, MP ਫੋਨ ਕਰੇ ਤਾਂ ਸੁਣ ਦਿੰਦੇ ਗੱਲ ਜੀ ਜੀ। ਹੁਣ ਬਕਾਇਦਾ ਤੌਰ ਤੇ ਉਹ 10 ਵਜੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੇ ਪੈਸ ਦੇ ਕਰਮਚਾਰੀ ਹੈ ਨਾ ਜੀ, 14 ਘੰਟੇ ਬਕਾਇਦਾ ਤੌਰ ਤੇ ਲੋਕਾਂ ਦੀ ਸੇਵਾ ਜਾਰੀ ਰਹਿੰਦੀ ਹੈ। 14 ਘੰਟੇ ਲੋਕ ਆ ਜਾ ਸਕਦੇ ਮਹੱਲ ਦੇ ਵਿੱਚ। ਜਿਹੜੇ ਮਹੱਲ ਦੇ 1 ਕਿਲੋਮੀਟਰ ਗੇਟ ਤੋਂ 1 ਕਿਲੋਮੀਟਰ ਦੂਰ ਤੱਕ ਕੋਈ ਚਿੜੀ ਨਹੀਂ ਸੀ ਫੜਕ ਸਕਦੀ ਜੀ ਜੀ। ਹੁਣ ਬੀਬੀ ਜੀ ਵੀ ਬੈਠਦੇ ਆ, ਬੀਬੀ ਜੀ ਦੇ ਘਰ ਭਾਬੀ ਜੀ ਵੀ ਬੈਠਦੇ ਆ, ਬੀਬੀ ਜੀ ਦੇ ਭਰਾ ਵੀ ਬੈਠਦੇ ਨੇ, ਗੁਰਸੇਵਕ ਸੇਖੋ ਨੇ, ਉਹਨਾਂ ਦੀ ਬੇਟੀ ਵੀ ਬੈਠਦੀ ਆ, ਸਾਰੇ ਬੈਠ ਕੇ ਲੋਕਾਂ ਦੀ ਸ਼ਿਕਾਇਤ ਸੁਣਦੇ ਤੇ ਲੋਕਾਂ ਨਾਲ ਲੈ ਕੇ ਫਿਰ ਡੋਰ ਟੂ ਡੋਰ ਕੰਪੇਨ ਵੀ ਕਰਦੇ ਨੇ ਜੀ। ਇਹ ਹੁੰਦੀ ਹੈ ਲੋਕ ਸ਼ਕਤੀ। ਜੇ ਲੋਕ ਸ਼ਕਤੀ ਦਾ ਅਸੀਂ ਸਹੀ ਇਸਤੇਮਾਲ ਕਰਾਂਗੇ, ਜਦੋਂ ਅਸੀਂ ਸੱਤਾ ਹੈਗੇ, ਤਾਕਤ ਤੇ ਹੈਗੇ, ਉਦੋਂ ਵੀ ਜੇ ਲੋਕਾਂ ਨੂੰ ਉਸੇ ਤਰ੍ਹਾਂ ਵਿਚਰਾਂਗੇ ਤੇ ਸ਼ਾਇਦ ਲੋਕ ਸਾਡਾ ਸਤਿਕਾਰ ਹਮੇਸ਼ਾ ਕਰਦੇ ਰਹਿਣਗੇ। ਅੱਜ ਲੋੜ ਪਈ ਆ ਤੇ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ ਤੇ ਕੱਲ ਨੂੰ ਇਲੈਕਸ਼ਨ ਵੀ ਦਰਵਾਜ਼ੇ ਫਿਰ ਬੰਦ ਕਰ ਲੈਣੇ ਤੁਸੀਂ। ਉਹ ਤਾਂ ਹੋ ਹੀ ਜਾਣੇ ਜੀ, ਚੁੰਨੀਆਂ ਵਟਾਈਆਂ ਜਾਂਦੀਆਂ, ਸਾਰਾ ਕੁਝ ਹੁੰਦਾ, ਰੋਟੀਆਂ ਭੁੰਜੇ ਬਹਿ ਕੇ ਅਗਲਿਆਂ ਦੀਆਂ ਥਾਲੀਆਂ 'ਚ ਰੋਟੀਆਂ ਖਾਧੀਆਂ ਜਾਂਦੀਆਂ, ਉਹ ਸਾਰਾ ਕੁਝ ਭੁੱਲ ਜਾਂਦਾ। ਫਿਰ ਮੁੜ ਕੇ ਕਹਿੰਦੇ ਚੱਲ ਵੀ ਕਾਕਾ ਕੌਣ ਆ ਤੂੰ, ਹੈ ਜੀ 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 ਕੌਣ ਹੋ ਜਾਂਦਾ ਹੈ। ਹਾਂਜੀ 98 ਤੇ ਆਉਣੇ ਰੋ ਜੀ। ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਬੜਾ ਦੁੱਖ ਹੋਇਆ ਜੀ ਸੁਣ ਕੇ, ਜਿਹੜੀ ਆ ਮਾਝੇ ਦੀ ਗੱਲ ਕੀਤੀ ਹੈ ਨਸ਼ੇ ਦੀ ਜੀ, ਬੜੀ ਦਾਨੇਵਾਲ ਸਾਹਿਬ ਬੜੀ ਫਿਕਰਮੰਦ ਵਾਲੀ ਗੱਲ ਹੈ ਯਾਰ ਇਹ ਤਾਂ। ਨਹੀਂ ਬਿਲਕੁਲ ਜੀ, ਮੈਂ ਕਿਹਾ ਪੁੱਛੋ ਨਾ ਜੀ। ਹਾਂ ਮੈਂ ਨਾ ਤੁਹਾਡੇ ਆ ਲਫ਼ਜ਼ਾਂ ਤੋਂ ਸੁਣ ਕੇ ਜਾਂ ਤੁਹਾਡੀ ਕਹਿਣ ਦੇ ਤਰੀਕੇ ਤੋਂ ਐਂ ਲੱਗਦਾ ਸੀ ਵੀ ਉੱਥੇ ਕੀ ਹਾਲ ਕਰਤਾ ਇਹਨਾਂ ਨੇ। ਹਾਂ ਤੇ ਦੂਜੀ ਆ ਕੈਪਟਨ ਸਾਹਿਬ ਦੀ, ਇਹਨਾਂ ਦੀ ਅਜੇ ਦਿੱਲੀ ਨਾਲ ਸਿੱਧੀ ਹੈ ਜੀ, ਕੰਮ ਤਾਂ ਹੁੰਦੇ ਹੋਣਗੇ। ਅੱਛਾ ਹਾਂ ਏਡੀ ਨਹੀਂ ਗੱਲ, ਕਿੰਨੇ ਸਾਲ ਹੋ ਗਏ ਰਾਜ ਕਰਦਿਆਂ ਨੂੰ, ਸਮਾਂ ਕੱਢਣਗੇ ਤਾਂ ਸਭ ਕੁਝ ਹੀ ਹੋ ਸਕਦਾ ਸੀ। ਸਾਨੂੰ ਤਾਂ ਦੁੱਖ ਹੈ ਵੀ ਸਾਡੇ ਵਾਸਤੇ ਸਮਾਂ ਹੀ ਨਹੀਂ ਕੱਢਿਆ ਇਹਨਾਂ ਨੇ। ਪਤਾ ਚੱਲਦੀ ਸੀ ਇਹਨਾਂ ਦੀ, ਬਹੁਤ ਕੁਝ ਕਰ ਸਕਦੇ, ਬੜੀਆਂ ਉਮੀਦਾਂ ਸੀਗੀਆਂ ਇਹਨਾਂ ਤੋਂ, ਹੁਣ ਕੀਤਾ ਕੀ ਜਾਵੇ ਵੀ ਪਬਲਿਕ ਨੂੰ ਸਮਾਂ ਹੀ ਨਹੀਂ ਦਿੱਤਾ ਇਹਨਾਂ ਨੇ ਜੀ ਜੀ। ਹਾਂ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਪੱਟੀ ਸਾਹਿਬ। ਜੇ ਸਮਾਂ ਹੈ ਤਾਂ ਥੋੜੀ ਕਰੋ ਗੱਲ ਤੁਸੀਂ ਜੀ। ਜੇ ਸਮਾਂ ਹੈ ਤਾਂ ਮਰੂਸਾ ਆਲਮ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਬੰਦ ਪਏ ਦਰਵਾਜ਼ੇ ਦੀ, ਪਰ ਰੂਸਾ ਆਲਮ ਪ੍ਰਗਟ ਹੋ ਗਈ ਹੈ ਜੀ, ਕਹਿੰਦੀ ਯੋਧਾ ਹੈ ਕੈਪਟਨ ਦਾ। ਪਾਕਿਸਤਾਨ ਦੇ ਵਿੱਚ ਕਿਸੇ YouTube ਚੈਨਲ ਨਾਲ ਗੱਲਬਾਤ ਕਰਦਿਆਂ ਉਹਨੇ ਕਿਹਾ ਜੀ ਵੇਖੋ ਜੇ ਪੂਰੀ ਪੰਜਾਬ 'ਚ ਕੋਈ ਯੋਧਾ ਕੈਪਟਨ ਅਮਰਿੰਦਰ ਸਿੰਘ। 2012 ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਹਾਰੇ ਕਿਉਂ ਸੀਗੇ? ਲੋਕੀ ਕਹਿੰਦੇ ਸੀ ਸੁਖਬੀਰ ਬਾਦਲ ਦੀ ਸਾਜ਼ਿਸ਼ ਜੀ। ਬਕਾਇਦਾ ਤੌਰ ਤੇ ਇਲੈਕਸ਼ਨ ਤੋਂ 4-5 ਦਿਨ ਪਹਿਲਾਂ ਰੂਸਾ ਆਲਮ ਆਈ ਸੀ ਤੇ ਮੁੜ ਕੇ ਕੈਪਟਨ ਸਾਹਿਬ ਉਹਦੀ ਆਯੂ ਭਗਤ ਦੇ ਵਿੱਚ ਜਿਹੜੀ ਮਹੱਲ ਦੇ ਦਰਵਾਜ਼ੇ ਬੰਦ ਕਰਨੇ ਸੀ ਜੀ। ਉਹਨਾਂ ਦਾ PA ਕਹਿੰਦਾ ਸੀ ਸਾਹਿਬ ਬਿਜੀ ਨੇ ਜੀ, ਗੱਲ ਨਹੀਂ ਕਰ ਸਕਦੇ। ਲੋਕ ਉਮੀਦਵਾਰ ਫੋਨ ਕਰਦੇ ਸੀ, ਕੋਈ ਗੱਲ ਨਹੀਂ ਸੀ ਸੁਣਦੇ। ਜੇ ਕਿਤੇ ਉਦੋਂ 4-5 ਦਿਨ ਇਹ ਨਾ ਆਉਂਦੀ ਤੇ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਸਕਦੀ ਜੀ। ਹੁਣ ਉਹ ਬੀਬੀ ਜਿਹਦੀ ਇੰਨੀ ਆਓ ਭਗਤ ਹੋਵੇ, ਬਕਾਇਦਾ ਤੌਰ ਤੇ ਸਿਸ਼ਮਾ ਫਾਰਮ ਦੇ ਵਿੱਚ ਜਿਹੜੇ ਸੀ ਅਫਸਰ ਵੀ ਉਹਦੇ ਕੋਲ ਜਾਂਦੇ ਸੀ, ਬੀਬੀ ਜੀ ਮੇਰੀ ਬਦਲੀ ਕਰਾ ਦਿਓ। ਕਈ ਫੋਟੋਆਂ ਸਾਹਮਣੇ ਆਈਆਂ, ਬਕਾਇਦਾ ਤੌਰ ਤੇ ਸਾਡੇ ਚੱਡਿਆਂ ਦੀ ਲੋਹ ਜਿਹੜੀ ਸੀ ਉਹਦੀ ਫੋਟੋ ਸਾਹਮਣੇ ਆਈ ਤੇ ਉਹ ਵੀ ਉਹਦੇ ਕੋਲ ਜਾਂਦੀ ਸੀ। ਬਕਾਇਦਾ ਤੌਰ ਤੇ DGP ਜਦੋਂ ਦਿਨਕਰ ਗੁਪਤਾ ਲੱਗਦੇ, ਉਹਨਾਂ ਦੀ ਪਤਨੀ ਇੱਕ ਪਾਸੇ ਤੇ ਵਿਚਾਲੇ ਰੂਸਾ ਤੇ ਦੂਜੇ ਪਾਸੇ DGP ਬੈਠੀ ਹੋਈ ਸਾਹਮਣੇ ਆਈ। ਹੁਣ ਤੁਸੀਂ ਆਪ ਹੀ ਸਮਝ ਲਓ ਵੀ ਕਿੰਨਾ ਕੁ ਪ੍ਰਭਾਵ ਹੋਊਗਾ ਜੀ।
ਤੇ ਲੋਕਾਂ ਦੇ ਪਾਸ ਤੇ ਭਾਵੇਂ ਯੋਧਾ ਕੈਪਟਨ ਅਮਰਿੰਦਰ ਸਿੰਘ ਨਾ ਹੋਵੇ, ਲੇਕਿਨ ਉਹਦੇ ਵਾਸਤੇ ਤੇ ਵਾਕਿਆ ਹੀ ਯੋਧਾ ਵਾ, ਕੋਈ ਸ਼ੱਕ ਵਾਲੀ ਗੱਲ ਜੀ। ਕਾਲ ਲੈ ਲਈਏ ਜੀ। ਉਹਨੇ ਕੀ ਕਿਹਾ? ਉਹਨੇ ਕਿਹਾ ਜੀ ਕਾਂਗਰਸ ਦੇ ਵਿੱਚ ਭ੍ਰਿਸ਼ਟ ਲੋਕ ਬੈਠੇ ਨੇ ਜੀ। ਜਿਹੜਾ ਨਵਜੋਤ ਸਿੰਘ ਸਿੱਧੂ ਗੱਲ ਕਰਦਾ, ਇਹ ਸਾਰੇ ਭ੍ਰਿਸ਼ਟ ਨੇ। ਇਹ ਆਪ ਜਿਹੜਾ ਸੀ ਲਾਫਟਰ ਚੰਦ ਜਾ ਕੇ ਠਾਕੇ ਮਾਰਦਾ ਸੀ, ਤੇ ਇਹਦੀ ਘਰ ਵਾਲੀ ਪਿੱਛੋਂ ਕਰਪਸ਼ਨ ਵੀ ਕਰਦੀ ਤੇ ਲੋਕਾਂ ਕੋਲ ਪੈਸੇ ਲੈ ਕੇ ਕੰਮ ਕਰਦੀ ਸੀ। ਤੇ ਬੀਬੀ ਜੀ ਜਦੋਂ ਇੱਥੇ ਸੀ ਤੇ ਉਦੋਂ ਕਰਾਉਂਦੇ ਪਰਚਾ ਦਰਜ ਉਹਦੇ ਤੇ, ਤੁਹਾਡੇ ਕੋਲ ਪੈਸੇ ਲਏ ਉਹੀ ਤੁਸੀਂ ਕੀਤਾ ਜੀ। ਹੁਣ ਵੇਖੋ ਨਾ, ਈਡੀ ਨੇ ਜਿਵੇਂ ਉਹ ਕੀਤਾ ਆਪਣੇ ਤੇ ਉਹਦੇ ਭਤੀਜੇ ਤੇ ਜੀ ਭੁਪਿੰਦਰ ਸਿੰਘ ਹਨੀ ਨੂੰ ਪੇਸ਼ ਕੀਤਾ, ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਬਕਾਇਦਾ ਤੌਰ ਤੇ ਕਿਸੇ ਅਖਬਾਰ ਨੂੰ ਖਬਰ ਦੇਵੇਗੀ ਜਾਂ ਈਡੀ ਪ੍ਰੈਸ ਕਾਨਫਰੰਸ ਕਰੇਗੀ ਜੀ। ਈਡੀ ਨੇ ਅਖਬਾਰ ਨੂੰ ਖਬਰ ਦੇ ਦਿੱਤੀ, ਸੋਰਸਾਂ ਤੋਂ ਪਤਾ ਲੱਗਾ ਜੀ ਆਹ ਜਿਹੜੇ ਪੈਸੇ ਜੀ ਵਾਕਿਆ ਇਹ ਟ੍ਰਾਂਸਫਰ ਦੇ ਪੈਸੇ ਨੇ, ਉਹਨੇ ਮੰਨ ਲਿਆ ਤੇ ਰੇਤ ਮਾਫੀ ਦੇ ਪੈਸੇ। ਇਹਦੇ ਵਿੱਚ ਇੱਕ ਹੋਰ ਬੜੀ ਸਾਜ਼ਿਸ਼ ਸਾਹਮਣੇ ਆਈ ਹੈ ਜੀ। ਜਿਹੜੇ ਘਰ ਦੇ ਵਿੱਚ ਇਹ ਮੁੰਡਾ ਰਹਿੰਦਾ ਸੀ, ਇਹ ਜਿਹੜੇ ਫਲੈਟ ਜੀ ਦਾ ਮਾਲਕ ਦਾ ਸੀ ਨਾ, ਉਹ ਇਹ ਤੋਂ ਕਿਰਾਇਆ ਵੀ ਨਹੀਂ ਲੈਂਦਾ ਸੀ, ਤੇ ਇਹਨਾਂ ਨੂੰ ਫਲੈਟ ਦਿਵਾਉਣ ਦੇ ਵਿੱਚ ਇੱਕ ਬਹੁਤ ਅਕਾਲੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਾਰਪੋਰੇਟ ਦਾ ਹੱਥ ਸੀ। ਜੀ ਮੈਂ ਉਹ ਤਰੀਕੇ ਨਾਲ ਉੱਥੇ ਹੋਣ ਲੱਗਾ ਸੀਗਾ। ਹੁਣ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਤੇ ਅਦਾਲਤ ਨੇ ਬਕਾਇਦਾ ਤੌਰ ਤੇ ਇਹਨੂੰ ਝਾੜ ਪਾਈ ਹੈ ਕਿ ਕਾਹਦਾ ਰਿਮਾਂਡ ਮੰਗ ਰਹੇ ਹੋ ਤੁਸੀਂ ਯਾਰ ਜੀ। ਸਭ ਕੁਝ ਤਾਂ ਪਹਿਲਾਂ ਤੁਸੀਂ ਅਖਬਾਰ 'ਚ ਡਿਕਲੇਅਰ ਕਰਦਾ ਪਿਆ ਕੁਛ ਰਿਮਾਂਡ ਮੰਗਦੇ। ਫਿਰ ਵੀ ਚਲੋ ਉਹਨਾਂ ਦੇ ਵਕੀਲ ਨੇ ਮੰਗ ਕੀਤੀ ਤੇ 3 ਦਿਨ ਦਾ ਰਿਮਾਂਡ ਉਹਨੂੰ ਫਿਰ ਮਿਲ ਗਿਆ ਜੀ। ਜੇ ਇਹ ਗੱਲ ਸਹੀ ਆ ਕਿ ਉਹਨੇ ਪੈਸੇ ਰੇਤ ਮਾਫੀ ਤੋਂ ਕਮਾਏ, ਠੀਕ ਕਮਾਏ, ਤੇ ਉਹ ਕਹਿੰਦਾ ਵੀ ਇਹ ਬਦਲੀਆਂ ਦੇ ਪੈਸੇ ਸੀ, ਤਰੱਕੀਆਂ ਦੇ ਪੈਸੇ ਸੀ, ਤੇ ਫਿਰ ਈਡੀ ਬੈਠੀ ਕਰਦੀ ਕੀ ਆ? ਕਿਉਂ ਨਹੀਂ ਉਹਨਾਂ ਅਫਸਰਾਂ ਨੂੰ ਕੁੰਡੀ ਪਾ ਕੇ ਉਹਨਾਂ ਨੂੰ ਰੱਸਾ ਕਿਉਂ ਨਹੀਂ ਪਾਉਂਦੀ ਜੀ? ਜਿਹੜੀ ਗੱਲ ਹੁਣ ਤੁਸੀਂ ਦੱਸੀ ਆ, ਕਿਉਂ ਉਸ ਮਾਲਕ ਮਕਾਨ ਨੂੰ ਰੱਸਾ ਕਿਉਂ ਨਹੀਂ ਪਾਉਂਦੀ? ਦੱਸ ਵੀ ਤੂੰ ਕਿਉਂ ਨਹੀਂ ਸੀ ਕਰਾ ਦਿੰਦਾ? ਤੇ ਤੇਰਾ ਕੀ ਇੰਟਰਸਟ ਸੀਗਾ ਜੀ? ਤੈਨੂੰ ਕਿਹੜੇ ਲੀਡਰ ਨੇ ਕਿਹਾ ਸੀ ਭਾਵੇਂ ਕੁੰਡੀ ਈਡੀ? ਉਹ ਨਹੀਂ ਪਾਉਣਾ। ਸਿਰਫ ਤੁਹਾਨੂੰ ਪਤਾ ਵੀ ਈਡੀ ਉਹਨਾਂ ਚਿਰ ਕੰਮ ਕਰੇਗੀ, 20 ਤਰੀਕ ਤੱਕ ਕਰੇਗੀ, 20 ਤਰੀਕ ਤੋਂ ਚੁੱਪ ਕਰਕੇ ਬਹਿ ਜਾਏਗੀ। ਜਿਹੜਾ ਮੁਕੱਦਮਾ ਦਰਜ ਕੀਤਾ ਉਹੀ ਚੱਲੇਗਾ, ਤੇ ਇਹਦੇ ਵਿੱਚੋਂ 99% ਬੰਦੇ ਜਿਹੜੇ ਬਰੀ ਹੋਏ ਜੀ। 1% ਦੀ ਸਜ਼ਾ ਹੋਈ ਵੱਖਰੀ ਗੱਲ, 99% ਬੰਦੇ ਹੋਏ ਬਰੀ ਹੋਏ ਇਹਦੇ ਚੋਂ ਜੀ। ਇਸ ਕਰਕੇ ਜੇ ਤੇ ਈਡੀ ਵਾਕਿਆ ਹੀ ਇਹ ਸਿਆਸੀ ਤੌਰ ਤੇ ਨਹੀਂ ਕਰ ਰਹੀ, ਤੇ ਫਿਰ ਉਹਨਾਂ ਲੋਕਾਂ ਨੂੰ, ਉਹਨਾਂ ਲੀਡਰਾਂ ਨੂੰ ਲਿਆਵੇ, ਖਬਰ ਲਵਾਈ ਬਕਾਇਦਾ ਤੌਰ ਤੇ ਜੀ। ਉਹਨਾਂ ਲੀਡਰ ਨੂੰ ਲਿਆਵੇ ਤੇ ਉਹਨਾਂ ਅਫਸਰ ਨੂੰ ਲਿਆਵੇ ਜਿਹਨਾਂ ਪੈਸੇ ਦੇ ਕੇ ਤਰੱਕੀਆਂ ਨਹੀਂ ਤੇ ਬਦਲੀਆਂ ਕਰੀਆਂ ਨੇ। ਤੇ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਸੀ ਦੇਣ ਵਾਸਤੇ? ਇਹ ਵੀ ਤਾਂ ਗੱਲ ਹੈ ਨਾ, ਉੱਥੋਂ ਲੱਭੇ ਵੀ ਇਹ ਕਿੰਨੇ ਪੈਸੇ, ਕਰੋੜਾਂ ਰੁਪਏ ਕਿਹਨੇ ਦਿੱਤੇ? ਉਹੀ ਮੈਂ ਜੋ ਗੱਲ ਕਹਿੰਦਾ ਵੀ ਨਸ਼ਾ ਜਿੱਥੇ ਜਾਣਾ ਸੀ, ਜਿਹਨੇ ਖਰੀਦਣਾ ਸੀ, ਟਰੱਕ ਭਰਿਆ ਭੁੱਕੀ ਦਾ ਫੜ ਲਿਆ, ਉਹ ਕਿਹਨੇ ਖਰੀਦਣਾ ਸੀ? ਉਹ ਵੀ ਤਾਂ ਦੱਸੋ। ਬਿਲਕੁਲ ਪਿੱਛੇ ਤੱਕ ਨਹੀਂ ਜਾਣਾ। ਸਿਰਫ ਇਹ ਆ ਵੀ ਇੱਕ ਧਿਰ ਨੂੰ ਬਦਨਾਮ ਕਰਨਾ, ਕਰੋ ਕੋਈ ਗੱਲ ਨਹੀਂ। ਹੁਣ ਲੋਕਾਂ ਦੇ ਬਹੁਤਾ ਅਸਰ ਨਹੀਂ, ਸਾਨੂੰ ਪਤਾ ਲੱਗਿਆ ਵੀ ਸਰੀਰ ਕੀ ਹੈ, ਈਡੀ ਕੀ ਕਰ ਰਹੀ, ਕੀ ਨਹੀਂ ਕਰ ਰਹੀ। ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਜੀ। ਜਿਹਨੇ ਵੀ 2 ਨੰਬਰ ਦਾ ਪੈਸਾ ਕਮਾਇਆ ਉਹ ਬਰਾਮਦ ਵੀ ਹੋਣੀ ਚਾਹੀਦੀ, ਉੱਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ। ਬਿਲਕੁਲ ਲੇਕਿਨ ਤਰੀਕੇ ਨਾਲ ਕਰੋ। ਜਿਹੜੇ ਬੰਦੇ ਬਾਕੀ ਦੋਸ਼ੀ ਆ ਸਾਰਿਆਂ ਨੂੰ ਕੁੰਡੀ ਪਾਓ, ਰੱਸਾ ਪਾ ਕੇ ਜਾਓ, ਸਾਰੇ ਅਫਸਰਾਂ ਨੂੰ ਇੱਥੇ ਬੰਨੋ ਨਾਲੇ ਦੇ। ਹਾਂ ਤੁਸੀਂ ਪੈਸੇ ਕਿੱਥੋਂ ਜਾਂਦੇ ਦੱਸੋ ਤੁਸੀਂ ਜੀ? ਕਰੋੜਾਂ ਰੁਪਏ ਤੇ ਕਿਸੇ ਤੋਂ ਲੈਂਦੇ ਸੀ ਤੁਸੀਂ ਜੀ। ਕਾਲ ਲੈ ਲਈਏ ਜੀ, ਫਿਰ ਇਜਾਜ਼ਤ ਲਵਾਂਗੇ। ਸਤਿ ਸ਼੍ਰੀ ਅਕਾਲ ਜੀ। 92-164 ਤੇ ਆਉਣੇ ਰੋ। ਹਾਂਜੀ, ਧੰਨਵਾਦ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਜੀ। ਹਾਂਜੀ, ਹਾਲ ਚਾਲ ਇਉਂ ਹੈ ਬਈ ਜਿਹੜਾ ਤੁਸੀਂ ਦੱਸ ਰਹੇ ਹੋ, ਤੇ ਮੈਂ ਇਹ ਗੱਲ ਕਹਿੰਦਾ ਜਿਹੜੇ ਗਰੀਬ ਸਿੱਖ ਦਿੱਲੀ ਦੇ ਵਿੱਚ ਜਿਹਨਾਂ ਦੇ ਸੰਨ 84 ਵਿੱਚ ਜੀ ਇਹ ਜਿਹੜਾ ਦੁੱਖ ਭੋਗਿਆ, ਦੁੱਖ ਨਹੀਂ ਬਲਕਿ ਜ਼ੁਲਮ ਨੂੰ ਜਿਹੜਾ ਸਹਿਣ ਕੀਤਾ ਹੈ, ਇਹ ਬਾਦਲ ਪਰਿਵਾਰ ਨੂੰ ਸਾਰੇ ਨੂੰ ਡੁੱਬ ਮਰਨਾ ਚਾਹੀਦਾ। ਮੈਂ ਤਾਂ ਕਹਿੰਦਾ ਕਿ 12 ਕਰੋੜ ਉਹ ਮੋਦੀ ਦੇ ਆਉਣ ਤੇ ਸਟੇਜ ਤੇ ਤਾਂ ਲਾਉਂਦੇ ਆ, ਤੇ ਉਹ ਉਹਨਾਂ ਨੂੰ ਜਿਹੜਾ ਕਿਉਂ ਨਹੀਂ ਸਾਂਭ ਸਕਦੇ? ਇਹ ਦੱਸੋ ਜਰਾ। ਬਹੁਤ ਬਹੁਤ ਧੰਨਵਾਦ ਜੀ। ਵੇਖੋ ਅਸੀਂ ਇਸੇ ਗੱਲ ਤੇ ਗੱਲ ਕਹੀ ਆ ਖਾਲਸਾ ਜੀ ਵੀ ਇੱਕ ਨਹੀਂ, ਸਾਰੇ ਹੀ ਦੋਸ਼ੀ ਨੇ ਦੇ ਵਾਸਤੇ। ਐਸਜੀਪੀਸੀ ਨੂੰ ਗੋਲਕ ਦੇ ਵਿੱਚ ਗਰੀਬ ਸਿੱਖਾਂ ਨੂੰ ਕਿਸੇ ਨੂੰ ਦੁਕਾਨ ਬਣਾ ਕੇ ਦਿਓ, ਕਿਸੇ ਨੂੰ ਕੰਮ ਖੋਲ ਕੇ ਦਿਓ, ਕੁਝ ਨਾਰਮਲ ਇੰਟਰਸਟ ਤੇ ਤੈਨੂੰ ਅਸੀਂ ਦਿੰਦੇ ਆ ਜੀ। ਤੁਹਾਡੇ ਇੰਸਪੈਕਟਰ ਜਾ ਕੇ ਉਹਦੀ ਪੈਰਵਾਈ ਕਰਨ ਨੂੰ ਗਈ, ਭਾਈ ਇੰਨੇ ਚ ਪੈਸੇ ਵਾਪਸ ਕਰ ਤੂੰ ਸਾਡੇ ਕਮੇਟੀ ਦੇ। ਜੇ ਬੈਂਕ ਨੂੰ 12% ਦਾ, ਤੁਸੀਂ 1% 2% ਪੈਸੇ ਦੇ ਦਿਓ ਉਹਨੂੰ, ਜਿੰਨਾ ਤੁਹਾਡਾ ਆਈ ਚੱਲਦਾ ਰਵੇ ਜੀ।
ਲੇਕਿਨ ਉਹ ਕੰਮ ਨਹੀਂ ਕਰਨਾ ਬਿਲਕੁਲ। ਇਹ ਤੇ ਕਹਿੰਦੇ ਲੈਂਦੇ ਆ ਇਹ ਜੋ ਮਰਜ਼ੀ, ਸਾਡੇ ਕੋਲ ਤਾਂ ਕੁਛ ਮੰਗਿਓ ਤੁਸੀਂ, ਬਸ ਸਾਡਾ ਪਾਸੜ ਨਹੀਂ ਮੈਂ ਰੱਖੋ। ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਟਾਈਮ ਤੇ ਸੇਵਾ ਦਿੱਤੀ ਜਾਂਦੀ ਸੀ, ਜਦੋਂ ਕਾਰ ਸੇਵਾ ਬਕਾਇਦਾ ਤੌਰ ਤੇ ਉਹ ਬਾਬੇ ਆਉਂਦੇ ਸੀ ਤੇ ਉਹ ਕਹਿੰਦੇ ਸੀ ਬਾਬਾ ਜੀ ਚਲੋ ਠੀਕ ਹੈ ਤੁਹਾਡੀ ਗੱਲ, ਗੋਲਕ ਜਿੰਨੇ ਪੈਸੇ ਤੁਸੀਂ ਜਮ੍ਹਾਂ ਕਰਾ ਦਿਓ ਉੱਥੇ ਖਾਤੇ ਵਿੱਚ, 2 ਲੱਖ 4 ਲੱਖ ਸੇਵਾ ਦੇ ਦਿੰਦੇ, ਉਹਨੂੰ ਪਤਾ ਸੀ ਪੈਸੇ ਕਮਾਉਣੇ ਇਹਨਾਂ ਨੇ। ਹੁਣ ਜਦੋਂ ਫਿਰ ਉਹ ਟੋੜਾ ਸਾਹਿਬ ਤੋਂ ਬਾਅਦ ਕੀ ਹੋਇਆ, ਉਹ ਪੈਸੇ ਗੋਲਕ ਚ ਨਹੀਂ ਗਏ, ਉਹ ਲੀਡਰਾਂ ਦੀ ਜੇਬ ਚ ਗਏ ਆ। ਉਹਨਾਂ ਬੰਦਿਆਂ ਨੂੰ ਸੇਵਾ ਦਿੱਤੀ ਗਈ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ। ਉਹਨਾਂ ਦੁਆਰਾ ਜਿਹੜੀ ਸਰਾਂ ਬਣਾਈ ਗਈ ਸੀ, ਬਾਬਾ ਦੀਪ ਸਿੰਘ ਸ਼ਹੀਦ ਸਰਾਂ ਬਣਾਈ ਗਈ ਸੀ ਅੰਮ੍ਰਿਤਸਰ, ਨੂੰ ਚੋਂਦੀ ਸੀ ਬਾਅਦ ਦੇ ਵਿੱਚ। ਉਹਨੂੰ ਦੁਬਾਰਾ ਫਿਰ ਇੱਕ ਹੋਰ ਸਾਧ ਪੁਰਾਣੇ ਬਾਬੇ ਨੂੰ ਦਿਲ ਸੇਵਾ ਕੀ ਤੁਸੀਂ ਠੀਕ ਕਰੋਗੇ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਲੈਣਾ ਜਾਣਦੇ, ਇਹ ਦੇਣਾ ਬਿਲਕੁਲ ਨਹੀਂ ਜਾਣਦੇ, ਨਾ ਇਹਨਾਂ ਦੇਣੇ ਆ। ਖਾਲਸਾ ਜੀ ਤੁਸੀਂ ਇਹਨਾਂ ਕੋਲ ਆਸ ਲਾ ਦਿਓ। ਕੱਲ ਅਸੀਂ ਬਾਦਲ ਪਰਿਵਾਰ ਦੀ ਗੱਲ ਕਦੇ ਵੀ ਨਹੀਂ ਕਰਦੇ, ਅਸੀਂ ਸਮੁੱਚੀ ਲੀਡਰਸ਼ਿਪ ਦੀ ਗੱਲ ਕਰਦੇ। ਭਾਵੇਂ ਕੋਈ ਵੀ ਉੱਥੇ ਬੈਠਾ ਹੋਵੇ, ਸਾਰੇ ਦੋਸ਼ੀ ਨੇ ਉਹਦੇ ਵਿੱਚ, ਅਸੀਂ ਵੀ ਦੋਸ਼ੀ ਆ। ਅਸੀਂ ਇਹਨਾਂ ਨੂੰ ਮਨਾ ਨਹੀਂ ਸਕੇ, ਅਸੀਂ ਇਹਨੂੰ ਸਹੀ ਗੱਲ ਦੱਸ ਨਹੀਂ ਸਕੇ ਤੱਕ ਇਹਨਾਂ ਨੂੰ, ਪਰ ਸਾਡੀ ਸੁਣਦਾ ਵੀ ਕੌਣ ਹੈ ਜੀ। ਆਹ ਗੱਲਾਂ ਜਿਹੜੀਆਂ ਕਰਦੇ ਇਹਨਾਂ ਕੋਲ ਬਕਾਇਦਾ ਤੌਰ ਸਾਰੀਆਂ ਜਾਂਦੀਆਂ ਨੇ। ਇਹ ਕਈ ਲੋਕ ਰੇਡੀਓ ਸੁਣਦੇ ਨੇ ਬਕਾਇਦਾ ਤੌਰ ਤੇ, ਮੁੜ ਕੇ ਫੋਨ ਵੀ ਕਰਦੇ ਆ, ਅੱਜ ਸਾਡੀ ਜਗ੍ਹਾ ਤਵਾ ਲਾਤਾ ਤੁਸੀਂ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਪੱਟੀ ਹੋਣੀ। ਤੇ ਹੁਣ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਪ੍ਰੋਫੈਸਰ ਅਵਿਨਾਸ਼ ਸਿੰਘ ਹੋਰਾਂ ਦੇ ਨਾਲ ਜੁੜਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।